ਢਿੱਲੋਂ ਸਾਹਿਬ ਕੇਜਰੀਵਾਲ ਕਹਿੰਦੇ ਨੇ ਇੱਕ ਮੌਕਾ ਮੈਨੂੰ ਦਿਓ। ਕੇਜਰੀਵਾਲ ਕੌਣ ਹੁੰਦਾ ਮੌਕਾ ਦੇਣ ਵਾਲਾ? ਉਹ ਕਹਿੰਦੇ ਬਿਜਲੀ ਬੜੀ ਉੱਥੇ ਸਸਤੀ ਹੈ। ਤੇ ਬਿਜਲੀ ਇਹ ਤੋਂ ਸਸਤੀ ਪੰਜਾਬ ਤੋਂ ਸਸਤੀ ਹੋ ਸਕਦੀ ਕਿਤੇ? ਅਰਵਿੰਦ ਕੇਜਰੀਵਾਲ ਛੋਟਾ ਮੋਦੀ ਆ, ਉਹਦੀ ਹਰ ਸੋਚ ਹਰ ਚੀਜ਼ ਮੋਦੀ ਨਾਲ ਰਲਦੀ ਆ, ਡਿਕਟੇਟਰ ਸਟਾਈਲ ਨਾਲ ਪੋਲਿਟਿਕਸ ਕਰਦਾ। ਭਗਵੰਤ ਮਾਨ ਇੱਕ ਬੜਾ ਡੇਂਜਰਸ ਮਤਲਬ ਫੈਨੋਮੇਨਾ ਵਾ ਪੰਜਾਬ ਦੀ ਰਾਜਨੀਤੀ 'ਚ। ਸ਼ਾਇਦ ਭਗਵੰਤ ਮਾਨ ਐਮਐਲਏ ਨਹੀਂ ਬਣ ਸਕਦਾ, ਗੋਲਡੀ ਉੱਥੋਂ ਧੂਰੀ ਤੋਂ ਜਿੱਤੀ। ਤੁਹਾਡੇ ਕਿਹੜਾ ਕੈਪਟਨ ਸਾਹਿਬ ਨੇ ਕੋਈ ਰੁਜ਼ਗਾਰ ਦਿੱਤਾ? ਤੇ ਫਿਰ ਕੈਪਟਨ ਸਾਹਿਬ ਲਾਤੇ ਨਾ। ਜਿਵੇਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦੇ, ਕੇਜਰੀਵਾਲ ਦਿੱਲੀ ਮਾਡਲ ਦੀ ਗੱਲ ਕਰਦੇ, ਤੁਹਾਡੇ ਕੋਲ ਕਿਹੜਾ ਮਾਡਲ ਰੋਪੜ ਲਈ? ਅਗਰ ਤੁਸੀਂ ਸੋਚੋ ਮੈਂ ਬਾਹਰ ਚੱਲ ਜਾ, ਮੈਂ ਤਾਂ ਬਾਹਰ ਚੱਲ ਜਾ ਔਰ ਪਿੱਛੋਂ ਪੰਜਾਬ ਨੂੰ ਕੋਈ ਹੋਰ ਬਚਾ ਲੂਗਾ, ਇਹ ਤਾਂ ਪੋਸੀਬਲ ਨਹੀਂ ਹੈ। ਨਵਜੋਤ ਸਿੱਧੂ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਮੁੱਖ ਮੰਤਰੀ ਦਾ ਉਮੀਦਵਾਰ ਕਾਂਗਰਸ ਦੇ ਵਿੱਚ ਕੌਣ ਹੋਊਗਾ? ਇਹ ਤਾਂ ਪਾਰਟੀ ਨੂੰ ਨੇ 5-7 ਦਿਨਾਂ 4-5 ਦਿਨਾਂ 'ਚ ਮਤਲਬ ਤੁਸੀਂ ਸੀਐਮ ਫੇਸ ਜਾਣ ਕੇ ਆਪਾਂ ਨੂੰ ਕੀ ਫਰਕ ਮਿਲੂਗਾ? ਅਲਟੀਮੇਟਲੀ ਸੀਐਮ ਨੂੰ ਐਮਐਲਏਜ਼ ਨਹੀਂ ਚਲਾਉਣਾ ਨਾ। ਸਿੱਖਿਆ ਦਾ ਕੀ ਹਾਲ ਹੈ ਜੀ ਇੱਥੇ, ਸਕੂਲਾਂ ਦਾ ਸਿਸਟਮ, ਐਜੂਕੇਸ਼ਨ? ਚੀਮਾ ਸਾਹਿਬ ਨੇ ਇੱਥੋਂ ਦੇ ਐਜੂਕੇਸ਼ਨ ਮਿਨਿਸਟਰ ਹੈ, ਅੱਜ ਤੱਕ ਇੱਕ ਵੀ ਇੱਥੇ ਚੰਗਾ ਸਰਕਾਰੀ ਕਾਲਜ ਨਹੀਂ ਹੈ ਔਰ ਮੇਰੇ ਹਿਸਾਬ ਨਾਲ ਨਿਲ ਪ੍ਰਾਪਤੀ ਹੈ। ਔਰ ਰੋਪੜ ਵਾਸਤੇ ਤਾਂ ਉਸ ਚੀਜ਼ ਨੂੰ ਉਹਨਾਂ ਨੇ ਕੱਖ ਵੀ ਨਹੀਂ ਕੀਤਾ। ਰੋਪੜ ਵਾਸਤੇ ਬਾਦਲਾਂ ਦੇ ਬੜੇ ਨੇੜੇ ਸੀ ਜੀ, ਫਿਰ ਵੀ ਰੋਪੜ ਦਾ ਕੋਈ ਸੁਧਾਰ ਕਿਉਂ ਨਹੀਂ ਹੋ ਸਕੇ? ਉਹਨਾਂ ਦੀ ਡਿਊਟੀ ਬਾਦਲਾਂ ਪ੍ਰਤੀ ਸੀ, ਰੋਪੜ ਪ੍ਰਤੀ ਨਹੀਂ ਸੀ। ਕੀ ਲੱਗਦਾ ਲੋਕ ਤੁਹਾਨੂੰ ਮੌਕਾ ਦੇਣਗੇ? ਮੈਂ 5 ਸਾਲ ਸਿਰ ਸੁੱਟ ਕੇ ਥੱਲੇ ਮੈਂ ਮਿਹਨਤ ਕਰਦਾ ਰਿਹਾ, ਮੈਂ ਸੰਘਰਸ਼ ਕਰਦਾ ਰਿਹਾ, ਤਾਂ ਹੀ ਅੱਜ ਏਡਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ। ਮੈਂ ਕਹੂੰਗਾ ਵੀ ਰੋਪੜ ਦੀ ਜਿਹੜੀ ਸੀਟ ਆ ਬੜੇ ਵੱਡੇ ਮਾਰਜਨ ਤੋਂ ਕਾਂਗਰਸ ਦੀ ਚੋਰੀ ਹੋਊਗੀ। ਲੋਕ ਕੀ ਸੋਚਦੇ ਨੇ ਰੋਪੜ ਦੇ? ਲੋਕ ਕਾਂਗਰਸ ਨੂੰ ਜਿਤਾਉਣਗੇ ਇੱਥੋਂ ਔਰ ਲੋਕ ਪਛਤਾ ਰਹੇ ਆ। ਪਿਛਲੀ ਵਾਰ ਆਮ ਆਦਮੀ ਨੂੰ ਮੌਕਾ ਦੇ ਕੇ 10 ਸਾਲ ਉਹਨਾਂ ਨੇ ਅਕਾਲੀ ਦਲ ਨੂੰ ਮੌਕਾ ਦਿੱਤਾ ਔਰ ਇਹਨਾਂ ਦੀ ਕੋਈ ਇਹੋ ਜਿਹੀ ਕਾਰਗੁਜ਼ਾਰੀ ਨਹੀਂ ਆ ਜਿਹਦੇ ਕਰਕੇ ਲੋਕ ਇਹਨਾਂ ਨੂੰ ਬਹੁਤ ਕਿਤੇ ਐਕਸੈਪਟ ਕਰ ਲੈਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਦੇ ਤਹਿਤ ਅਸੀਂ ਪਹੁੰਚੇ ਹਾਂ ਰੋਪੜ, ਜਿੱਥੇ ਕਿ ਵਰਿੰਦਰ ਢਿੱਲੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹ ਚੋਣ ਲੜ ਰਹੇ ਨੇ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਧੰਨਵਾਦ ਨਿਰਮਲ ਜੀ। ਵਰਿੰਦਰ ਜੀ, ਤੁਸੀਂ ਪੰਜਾਬ ਯੂਥ ਕਾਂਗਰਸ ਦੇ ਵੀ ਪ੍ਰਧਾਨ ਹੋ। ਯੂਥ ਦਾ ਏਜੰਡਾ ਜਿਹੜਾ ਇਸ ਵਾਰੀ ਕਾਂਗਰਸ ਪਾਰਟੀ ਕੋਲੇ ਕੀ ਏਜੰਡਾ ਹੈ ਯੂਥ ਲਈ, ਪੰਜਾਬ ਦੇ ਯੂਥ ਲਈ? ਦੇਖੋ, ਯੂਥ ਹਰ ਪਾਰਟੀ ਯੂਥ ਦੇ ਉੱਤੇ ਹੀ ਇਲੈਕਸ਼ਨ ਲੜ ਰਹੀ ਹੈ ਜੀ ਔਰ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਰੁਜ਼ਗਾਰ ਹੈ। ਪੰਜਾਬ 'ਚ ਕਿਉਂ, ਰੋਪੜ 'ਚ ਕਿਉਂ, ਮੈਂ ਕਹੂੰਗਾ ਦੇਸ਼ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਨੌਜਵਾਨਾਂ ਵਾਸਤੇ ਰੁਜ਼ਗਾਰ ਹੈ। ਕੋਈ ਵੀ ਨੌਜਵਾਨ ਜਵਾਨ ਹੋ ਕੇ ਜਦੋਂ ਹੁੰਦਾ ਵਾ ਤੇ ਉਦੋਂ ਇਹ ਉਮੀਦ ਕਰਦਾ ਪੜ੍ਹ ਲਿਖ ਕੇ ਰੋਟੀ ਲੈਣ ਦੀ, ਨਾ ਕਿ ਸਬਸਿਡੀ ਲੈਣ ਦੀ। ਵੀ ਮੈਂ ਰੋਟੀ ਕਮਾ ਸਕਾਂ, ਮੈਂ ਇੱਜ਼ਤ ਨਾਲ ਆਪਣਾ ਇੱਕ ਆਪ ਕੰਮ ਕਰ ਸਕਾਂ। ਔਰ ਪੰਜਾਬ ਦੇ ਵਿੱਚ ਖੇਤੀ ਦੇ ਕਰਕੇ, ਵਾਹੀ ਕਰਕੇ ਗੁਜ਼ਾਰਾ ਨਹੀਂ ਹੁੰਦਾ। ਸੋ ਉਹ ਚਾਹੁੰਦਾ ਮੈਨੂੰ ਨਾਲ ਇੱਕ ਸਸਟੇਨੇਬਲ ਇਨਕਮ ਮਿਲੇ। ਸੋ ਇਹ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਮੁੱਦਾ ਵਾ। ਔਰ ਪੰਜਾਬ ਸਰਕਾਰ ਪਿਛਲੀ ਹੋਵੇ ਅਗਲੀ ਹੋਵੇ ਜਿਹੜੀ ਵੀ ਬਣੂਗੀ, ਉਹ ਇਸ ਮੁੱਦੇ ਨੂੰ ਜਿਹੜੀ ਸਰਕਾਰ ਕ੍ਰੈਡੀਬਲੀ ਓਨੈਸਟਲੀ ਐਡਰੈਸ ਕਰੂਗੀ, ਉਹਦੀ ਸਰਕਾਰ ਬਣੂਗੀ ਜਿਸ 'ਚ ਲੋਕਾਂ ਨੂੰ ਇਹ ਵਿਸ਼ਵਾਸ ਹੋਣਗੇ ਵੀ ਇਹ ਸਾਨੂੰ ਰੁਜ਼ਗਾਰ ਦਿਵਾ ਸਕਦੇ ਆ। ਢਿੱਲੋਂ ਸਾਹਿਬ, ਯੂਥ ਦੀਆਂ ਕਈ ਚੈਲੰਜਸ ਹੁੰਦੇ ਨੇ। ਤੁਸੀਂ ਆਪ ਯੂਥ ਲੀਡਰ ਦੇ ਤੌਰ 'ਤੇ ਗਰਾਊਂਡ ਜ਼ੀਰੋ ਤੋਂ ਆਏ ਹੋ। ਤੁਸੀਂ ਜਦੋਂ ਪੋਲਿਟਿਕਸ 'ਚ ਆਏ ਹੋ, ਯੂਨੀਵਰਸਿਟੀ ਦੀ ਪੋਲਿਟਿਕਸ ਤੁਸੀਂ ਹੈਂਡਲ ਕੀਤੀ ਹੈ, ਫਿਰ ਕਾਂਗਰਸ 'ਚ ਆਏ ਹੋ। ਯੂਥ ਨੂੰ ਕਿਹੜੇ ਇਹੋ ਜਿਹੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ? ਕਿਵੇਂ ਯੂਥ ਪੰਜਾਬ ਦਾ ਅੱਗੇ ਵਧੇ? ਦੇਖੋ, ਬੜਾ ਤੁਹਾਡਾ ਇੰਟਰਸਟਿੰਗ ਸਵਾਲ ਆ ਵੀ ਯੂਥ ਕਿਵੇਂ ਅੱਗੇ ਵਧੇ। ਹੁਣ ਇਹ ਸਰਕਾਰ ਦੇ ਭਰੋਸੇ ਨਹੀਂ ਵੱਧ ਸਕਦਾ ਯੂਥ ਅੱਗੇ। ਯੂਥ ਇੱਕ ਇਹ ਚੀਜ਼ ਹੈ ਜਿਹੜਾ ਆਪਣੇ ਭਰੋਸੇ ਆਪ ਵੱਧ ਜਾਂਦਾ ਅੱਗੇ। ਯੂਥ ਨੂੰ ਤੁਹਾਨੂੰ ਕੋਈ ਜਿੱਥੇ ਨਹੀਂ ਵੀ ਡਾਇਰੈਕਸ਼ਨ ਮਿਲਦੀ, ਯੂਥ ਆਪਣਾ ਰਸਤਾ ਆਪ ਬਣਾ ਲੈਂਦਾ। ਲੇਕਿਨ ਅੱਜ ਇੰਪੋਰਟੈਂਟ ਕੀ ਆ? ਅੱਜ ਇੰਪੋਰਟੈਂਟ ਜਿਵੇਂ ਨੌਜਵਾਨ ਬਾਹਰ ਜਾ ਰਿਹਾ, ਜਿਵੇਂ ਤੁਸੀਂ ਵੇਖੋਗੇ ਵੀ ਨੌਜਵਾਨ ਕਈ ਕੁਛ ਗੈਂਗਸਟਰ ਵਾਲੇ ਪਾਸੇ ਨੂੰ ਵੀ ਗਏ, ਕੁਛ ਨਸ਼ਿਆਂ 'ਚ ਵੀ ਗਏ। ਸੋ ਨੌਜਵਾਨਾਂ ਨੂੰ ਆਪਣੀ ਜਿਹੜੀ એનર્ਜੀ ਆ ਉਹਨੂੰ ਕਿਤੇ ਨਾ ਕਿਤੇ ਕੰਜ਼ਰਵ ਕਰਕੇ ਪੰਜਾਬ ਵੱਲ ਨੂੰ ਲਾਉਣੀ ਪਊਗੀ। ਅੱਜ ਅਗਰ ਪੰਜਾਬੀਅਤ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਬਚਾਉਣ ਦੀ ਗੱਲ ਕਰਦੇ ਹਾਂ,
ਸਭ ਤੋਂ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਪੰਜਾਬ ਵਾਸਤੇ ਜਿਹੜਾ ਇੱਕ ਪਿਆਰ ਆ, ਉਹ ਆਪਾਂ ਨੂੰ ਇਹ ਸੋਚਣਾ ਪੈਣਾ ਵੀ ਉਹ ਬਾਹਰ ਜਾ ਕੇ ਭਾਵੇਂ ਆਪਣੀ ਜ਼ਿੰਦਗੀ ਥੋੜ੍ਹੀ ਬਹੁਤੀ ਸੌਖੀ ਹੋ ਸਕਦੀ ਆ, ਲੇਕਿਨ ਆਪਾਂ ਨੂੰ ਇੱਥੇ ਰਹਿ ਕੇ, ਇੱਥੇ ਕੁਛ ਕਰਕੇ ਪੰਜਾਬ ਦੇ ਵਿੱਚ ਹੀ ਆਪਾਂ ਨੂੰ ਆਪਣਾ ਰਸਤਾ ਬਣਾਉਣਾ ਪਊਗਾ ਔਰ ਇੱਥੇ ਰਾਹ ਲੱਭਣਾ ਪਊਗਾ। ਅਗਰ ਸਰਕਾਰ ਨਹੀਂ ਤੁਹਾਨੂੰ ਲੱਗਦਾ ਵੀ ਰਸਤਾ ਦੇ ਰਹੀ ਤਾਂ ਫਿਰ ਸਰਕਾਰਾਂ ਬਦਲ ਦਿਓ। ਅਗਰ ਤੁਹਾਨੂੰ ਲੱਗਦਾ ਵੀ ਸਿਸਟਮ ਤੁਹਾਨੂੰ ਨਹੀਂ ਐਕਸੈਪਟ ਕਰ ਰਿਹਾ, ਫਿਰ ਸਿਸਟਮ ਦੇ ਨਾਲ ਲੜੋ ਔਰ ਸਿਸਟਮ ਦੇ ਵਿੱਚ ਚੇਂਜਸ ਲਿਆਓ। ਸੋ ਮੇਨ ਚੈਲੰਜ ਅਗਰ ਤੁਸੀਂ ਕਹੋਗੇ ਤਾਂ ਇੱਥੇ ਰਹਿਣਾ ਪਊਗਾ ਪੰਜਾਬ ਦੇ ਨੌਜਵਾਨ ਨੂੰ, ਅਗਰ ਪੰਜਾਬ ਬਚਾਉਣਾ। ਅਗਰ ਤੁਸੀਂ ਸੋਚੋ ਮੈਂ ਬਾਹਰ ਚੱਲ ਜਾ, ਮੈਂ ਤਾਂ ਬਾਹਰ ਚੱਲ ਜਾ ਔਰ ਪਿੱਛੋਂ ਪੰਜਾਬ ਨੂੰ ਕੋਈ ਹੋਰ ਬਚਾ ਲੂਗਾ, ਇਹ ਤਾਂ ਪੋਸੀਬਲ ਨਹੀਂ ਹੈ ਨਾ। ਪਰ ਜਦੋਂ ਯੂਥ ਦੇ ਸਾਹਮਣੇ ਕੋਈ ਰੁਜ਼ਗਾਰ ਨਹੀਂ ਹੁੰਦਾ, ਤੁਹਾਡੀ ਕਾਂਗਰਸ ਪਾਰਟੀ, ਕੈਪਟਨ ਅਮਰਿੰਦਰ ਸਿੰਘ ਨੇ ਦਾਅਵੇ ਜਿਹੜੇ ਕੀਤੇ ਉਹ ਯੂਥ ਨਾਲ ਪੂਰੇ ਨਹੀਂ ਕਰ ਸਕੇ ਉਹ, ਅਤੇ ਨਵੀਆਂ ਬਾਰੇ ਕਿਵੇਂ ਲੋਕ ਸੋਚਣ, ਕਿਹਦੇ ਉੱਤੇ ਭਰੋਸਾ ਕਰਨ? ਦੇਖੋ ਇੱਕ ਧਾਰਨਾ ਵਾ ਵੀ ਕੈਪਟਨ ਅਮਰਿੰਦਰ ਸਿੰਘ ਇਹ ਪੂਰੇ ਨਹੀਂ ਕਰ ਸਕੇ। ਕੈਪਟਨ ਅਮਰਿੰਦਰ ਸਿੰਘ ਹੋਰ ਵੀ ਬਹੁਤ ਇਸ਼ੂ ਸੀਗੇ ਜਿਨ੍ਹਾਂ ਦੇ ਉੱਤੇ ਖਰੇ ਨਹੀਂ ਉਤਰੇ ਔਰ ਇਸੇ ਕਰਕੇ ਸ਼ਾਇਦ ਉਹ ਉਤਾਰੇ ਵੀ ਗਏ ਨਾ ਕੈਪਟਨ ਅਮਰਿੰਦਰ ਸਿੰਘ। ਅਗਰ ਜਾਂ ਤਾਂ ਅਸੀਂ ਕੈਪਟਨ ਸਾਹਿਬ ਨੂੰ ਨਾਲ ਲਈ ਜਾਂਦੇ ਫਿਰ ਤਾਂ ਅਸੀਂ ਮੰਨਦੇ ਵੀ ਹਾਂ, ਅਸੀਂ ਤਾਂ ਆਪ ਮੰਨਦੇ ਹਾਂ ਵੀ ਕਈ ਚੀਜ਼ਾਂ ਨੂੰ ਅਸੀਂ ਨਹੀਂ ਐਡਰੈਸ ਕਰ ਸਕੇ। ਲੇਕਿਨ ਇਹ ਰੁਜ਼ਗਾਰ ਪੰਜਾਬ ਦਾ ਇਕੱਲੇ ਦਾ ਮੁੱਦਾ ਨਹੀਂ ਆ। ਦਿੱਲੀ 'ਚ ਕਿੰਨਾ ਕੁ ਰੁਜ਼ਗਾਰ ਆ? ਉਹ ਤਾਂ ਇੰਡਸਟਰੀਲਾਈਜ਼ ਸਟੇਟ ਆ, ਸਭ ਕੁਝ ਉੱਥੇ ਦੇਸ਼ ਦੀ ਕੈਪੀਟਲ ਆ, ਉੱਥੇ ਕਿੰਨਾ ਕੁ ਰੁਜ਼ਗਾਰ ਪੈਦਾ ਹੋਇਆ? ਹਰਿਆਣਾ ਦਿੱਲੀ ਦੇ ਆਲੇ ਦੁਆਲੇ ਆ, ਯੂਪੀ ਦਿੱਲੀ ਦੇ ਆਲੇ ਦੁਆਲੇ ਆ। ਰੁਜ਼ਗਾਰ ਕੋਈ ਪੰਜਾਬ ਦਾ ਇਕੱਲੇ ਦਾ ਮੁੱਦਾ ਨਹੀਂ ਆ, ਰੁਜ਼ਗਾਰ ਇੱਕ ਨੈਸ਼ਨਲ ਮੁੱਦਾ। ਔਰ ਇਹਦੇ ਵਾਸਤੇ ਅਗਰ ਕੋਈ ਸਹੀ ਮੈਨੇਜ ਕਸੂਰਵਾਰ ਆ, ਠੀਕ ਆ ਸਾਡਾ ਵੀ ਕਸੂਰ ਹੋ ਸਕਦਾ, ਕੈਪਟਨ ਸਾਹਿਬ ਦਾ ਵੀ ਕਸੂਰ ਹੋ ਸਕਦਾ, ਲੇਕਿਨ ਨੈਸ਼ਨਲ ਪਾਲਿਸੀ ਨਰਿੰਦਰ ਮੋਦੀ ਦੀ ਜੋ ਇੰਪਲੋਇਮੈਂਟ ਨੂੰ ਲੈ ਕੇ ਆ, ਜਿੱਥੇ ਸਮਾਲ ਐਂਡ ਮੀਡੀਅਮ ਇੰਡਸਟਰੀਜ਼ ਨੂੰ ਆਪਾਂ ਨੂੰ ਅੱਗੇ ਲੈ ਕੇ ਜਾਣਾ ਪਊਗਾ, ਜਿੱਥੇ ਆਪਾਂ ਨੂੰ ਜਿਹੜੇ ਸਮਾਲ ਐਂਡ ਮੀਡੀਅਮ ਬਿਜ਼ਨੈਸਿਸ ਆ ਇਹਨਾਂ ਨੂੰ ਖੋਲ੍ਹਣਾ ਪਊਗਾ, ਇਹਨਾਂ ਵਾਸਤੇ ਪਾਲਿਸੀ ਲੈ ਕੇ ਆਉਣੀ ਪਊਗੀ। ਉਹਨਾਂ ਨੇ 5-7 ਅਦਾਰਿਆਂ ਨੂੰ, 5-7 ਬਿਜ਼ਨਸਮੈਨਸ ਨੂੰ ਕੰਟਰੋਲ ਕਰ ਲਈ ਇਕੋਨਮੀ। ਉਹਦੇ ਕਰਕੇ ਜੌਬਸ ਦੀ ਬਹੁਤ ਵੱਡੀ ਪ੍ਰੋਬਲਮ ਆ ਔਰ ਉਹ ਟ੍ਰਿਕਲ ਡਾਊਨ ਹੁੰਦੀ ਆ ਥੱਲੇ ਤੱਕ। ਔਰ ਰੋਪੜ ਦੇ ਵਰਗੇ ਰਿਮੋਟ ਏਰੀਆਜ਼ 'ਚ ਵੀ ਔਰ ਦਿੱਲੀ ਵਰਗੇ ਪੌਰਸ਼ ਏਰੀਆਜ਼ 'ਚ ਵੀ। ਸੋ ਇਹ ਕਿਤੇ ਨਾ ਕਿਤੇ ਪਾਲਿਸੀ ਮੇਕਿੰਗ ਨੀਤੀ ਦੇ ਵਿੱਚ ਬੜਾ ਵੱਡਾ ਪ੍ਰੋਬਲਮ ਆ। ਔਰ ਇਹ ਕੋਈ ਅਗਰ ਮੈਂ ਕਹਾਂ ਵੀ ਹਾਂ ਠੀਕ ਆ ਸਾਡਾ ਵੀ ਕਸੂਰ ਹੋ ਸਕਦਾ, ਲੇਕਿਨ ਮੇਨ ਅਗਰ ਤੁਸੀਂ ਇਹਦੇ ਵਿੱਚ ਕਲਪਰੇਟ ਜਾਂ ਜਿਹਨੂੰ ਕਸੂਰਵਾਰ ਸਹੀ ਠਹਿਰਾਉਣਾ ਚਾਹੋਗੇ ਤਾਂ ਉਹ ਦੇਸ਼ ਦੀ ਇਕੋਨਮੀ, ਦੇਸ਼ ਦੀ ਹਾਲਾਤ ਔਰ ਦੇਸ਼ ਦੇ ਪ੍ਰਧਾਨ ਮੰਤਰੀ ਆਉਣਗੇ। ਢਿੱਲੋਂ ਸਾਹਿਬ, ਪੰਜਾਬ ਦੇ ਵਿੱਚ ਜਿਹੜੀਆਂ ਕਾਲਜਾਂ ਦੇ ਵਿੱਚ ਚੋਣਾਂ ਹੁੰਦੀਆਂ ਸੀ ਉਹ ਬੰਦ ਪਈਆਂ ਲੰਬੇ ਸਮੇਂ ਦੇ ਉੱਤੋਂ, ਇਹ ਸਮੱਸਿਆ ਚੱਲਦੀ ਰਹੀ। ਨਵੇਂ ਯੂਥ ਨੂੰ ਉੱਭਰ ਨਹੀਂ ਦਿੱਤਾ ਜਾ ਰਿਹਾ। ਜਿਹੜੇ ਖਾਸ ਕਰਕੇ ਪੁਰਾਣੇ ਲੀਡਰ ਨੇ ਉਹ ਨਹੀਂ ਚਾਹੁੰਦੇ ਕਿ ਨਵੀਂ ਲੀਡਰਸ਼ਿਪ ਪੈਦਾ ਹੋਵੇ। ਸਾਰੀਆਂ ਪਾਰਟੀਆਂ 'ਚ ਇਹ ਸਮੱਸਿਆ ਵੀ ਆ ਗਈ ਹੈ। ਹੁਣ ਨਵੇਂ ਚਿਹਰੇ ਹੈ ਨਹੀਂ, ਪੁਰਾਣੇ ਰਿਟਾਇਰ ਹੋ ਰਹੇ ਨੇ ਅਤੇ ਨਵੀਂ ਲੀਡਰਸ਼ਿਪ, ਇਹਦੇ ਲਈ ਤੁਹਾਡੇ ਕੋਲ ਕੀ? ਤੁਸੀਂ ਆਪ ਯੂਥ ਲੀਡਰ ਦੇ? ਕਾਂਗਰਸ ਦੇ ਕੋਲ ਤਾਂ ਲੀਡਰਸ਼ਿਪ ਦੀ ਕਮੀ ਨਹੀਂ ਆ। ਤੁਸੀਂ ਵੇਖੋ ਕਾਂਗਰਸ ਦੇ ਵਿੱਚ ਤਾਂ ਫਸਟ ਲਾਈਨ ਲੀਡਰ, ਸੈਕੰਡ ਲਾਈਨ ਲੀਡਰ, ਥਰਡ ਲਾਈਨ ਲੀਡਰ ਸਾਰੇ ਹੀ ਤਿਆਰ ਬੈਠੇ ਆ। ਕਾਂਗਰਸ ਕੋਲ ਲੀਡਰਸ਼ਿਪ ਦੀ ਕਮੀ ਨਹੀਂ ਆ। ਕਾਲਜ ਦੀਆਂ ਜਿਹੜੀਆਂ ਇਲੈਕਸ਼ਨਾਂ ਵਾ ਉਹ ਹਾਲੇ ਕੀ ਖੁੱਲ੍ਹ ਗਈਆਂ ਸੀ, ਕਰੋਨਾ ਕਰਕੇ ਉਹ ਬੰਦ ਪਈਆਂ। ਨਹੀਂ ਤਾਂ ਅਗਰ ਕਰੋਨਾ ਦੇ ਕਰਕੇ ਕਾਲਜ ਯੂਨੀਵਰਸਿਟੀ ਲੱਗਦੇ ਤਾਂ ਇਸ ਵਾਰ ਪੰਜਾਬ 'ਚੋਂ ਇਲੈਕਸ਼ਨਸ ਹੋਣੀਆਂ ਸੀਗੀਆਂ, ਕਿਉਂਕਿ ਇਹ ਵਾਅਦਾ ਕੈਬਨਿਟ 'ਚ ਵੀ ਹੋ ਚੁੱਕਾ ਸੀ, ਫਲੋਰ ਆਫ ਦੀ ਹਾਊਸ 'ਤੇ ਵੀ ਹੋ ਚੁੱਕਾ ਸੀ ਔਰ ਅਨਾਊਂਸਮੈਂਟ ਹੋ ਚੁੱਕੀ ਸੀ। ਲੇਕਿਨ ਇਹ ਅਗਰ ਤੁਸੀਂ ਕਹੋ ਵੀ ਫਿਰ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ, ਯੂਥ ਆਪਣਾ ਰਸਤਾ ਲੱਭ ਲੈਂਦਾ। ਤੁਸੀਂ ਜ਼ਿਆਦਾ ਦੱਬ ਨਹੀਂ ਸਕਦੇ, ਠੀਕ ਆ? ਤੁਸੀਂ ਕਿੰਨੀ ਦੇਰ ਕਿਸੇ ਨੂੰ ਕੰਟਰੋਲ, ਅਗਰ ਅਕਾਲੀ ਦਲ ਨੇ ਅੱਜ ਯੂਥ ਲੀਡਰ ਨਹੀਂ ਪੈਦਾ ਹੋਣ ਦਿੱਤੇ ਤਾਂ ਅੱਜ ਅਕਾਲੀ ਦਲ ਖਤਮ ਹੋ ਗਿਆ। ਅੱਜ ਕਾਂਗਰਸ ਔਰ ਆਮ ਆਦਮੀ 'ਚ ਨਹੀਂ ਮੈਨੂੰ ਪਤਾ ਕੋਈ ਯੂਥ ਲੀਡਰ ਕੋਈ ਇਹੋ ਜਿਹੇ ਹੈਗੇ ਆ ਜਾਂ ਹੋਣਗੇ, ਕਿਉਂਕਿ ਉਹ ਨਵੀਂ ਪਾਰਟੀ ਆ, ਉਹਨਾਂ ਦਾ ਹਾਲੇ ਕੋਈ ਐਡਾ ਇੱਥੇ ਕੋਈ ਮਤਲਬ ਆਪਾਂ ਇਹ ਕਹਿ ਸਕਦੇ ਮਤਲਬ ਇਹਨਾਂ ਦਾ ਕੋਈ ਇੰਨਾ ਬੇਸ ਨਹੀਂ ਹੈਗਾ। ਉਹ ਤਾਂ ਇੱਕ ਮਤਲਬ ਹਵਾ ਵਿੱਚ ਹਾਲੇ ਥੱਲੇ ਕੈਡਰ ਬੇਸ ਨਹੀਂ ਆ। ਲੇਕਿਨ ਅਗਰ ਕਾਂਗਰਸ ਨੂੰ ਵੇਖੋਗੇ ਤਾਂ ਬਹੁਤ ਨੌਜਵਾਨ, ਬਹੁਤ ਯੂਥ ਲੀਡਰ ਹੈਗੇ ਆ। ਸੋ ਇਹਦੇ ਵਿੱਚ ਕੋਈ ਤੁਸੀਂ ਨਾਮ ਲੈਣੇ ਸ਼ੁਰੂ ਕਰ ਦਿਓ ਭਾਵੇਂ। ਤੁਸੀਂ ਅੱਜ ਵੇਖੋ 5 ਤਾਂ ਸਾਡੇ ਯੂਥ ਪ੍ਰਧਾਨ ਆ, ਰਵਨੀਤ ਸਿੰਘ ਬਿੱਟੂ, ਰਾਜਾ ਵੜਿੰਗ, ਡੈਨੀ, ਆਪਣਾ ਕੀ ਕਹਿੰਦੇ ਇਹਨਾਂ ਦਾ ਵਿਜੇਂਦਰ ਸਿੰਗਲਾ। ਮਤਲਬ ਮੈਂ ਤੁਹਾਨੂੰ ਇਹ ਕਹੂੰਗਾ ਵੀ ਇਹ ਤਾਂ ਸਾਰੇ ਯੂਥ ਕਾਂਗਰਸ 'ਚ, ਪ੍ਰਤਾਪ ਬਾਜਵਾ। ਮਤਲਬ ਤੁਸੀਂ ਕੋਈ ਕਮੀ ਨਹੀਂ ਆ ਇੱਥੇ। ਔਰ ਇਹ ਇੱਕ ਲੀਡਰਸ਼ਿਪ ਹੈਗੀ ਆ ਜਿਹੜੀ ਯੂਥ ਕਾਂਗਰਸ ਨੇ ਉਭਾਰ ਕੇ ਅੱਗੇ ਦਿੱਤੀ। ਆਮ ਘਰਾਂ 'ਚੋਂ ਵੀ ਉੱਠੇ ਆ, ਨੋਰਮਲ ਘਰਾਂ 'ਚੋਂ ਵੀ ਉੱਠੇ ਆ ਔਰ ਅੱਜ ਵੀ ਮੌਜੂਦਾ ਮੇਰੇ ਖਿਆਲ ਨਾਲ 22 ਤੋਂ 23 MLA ਆ ਜਿਹੜੇ ਯੂਥ ਕਾਂਗਰਸ ਦੇ ਵਿੱਚੋਂ ਨਿਕਲ ਕੇ ਅੱਜ MLA ਬਣੇ ਹੋਏ ਆ, ਕਈ ਕੈਬਨਿਟ ਮਿਨਿਸਟਰ ਆ। ਸੋ ਇਹ ਯੂਥ ਕਾਂਗਰਸ ਦਾ ਤਾਂ ਇੱਕ ਚੰਗਾ ਸਿਸਟਮ ਹੈਗਾ ਯੂਥ ਨੂੰ ਲੈ ਕੇ, ਉਹਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਜਗ੍ਹਾ ਮਿਲਦੀ। ਵਰਿੰਦਰ ਜੀ, ਜਿਵੇਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦੇ ਆ, ਕੇਜਰੀਵਾਲ ਦਿੱਲੀ ਮਾਡਲ ਦੀ ਗੱਲ ਕਰਦੇ ਆ, ਤੁਹਾਡੇ ਕੋਲ ਕਿਹੜਾ ਮਾਡਲ ਹੈ ਰੋਪੜ ਲਈ? ਨਹੀਂ ਇਹ ਮਾਡਲ ਤਾਂ ਇੱਕ ਸੋਚ ਆ। ਕੋਈ ਉਹ ਜੋ ਨਵਜੋਤ ਸਿੱਧੂ ਦੀ ਸੋਚ ਆ ਉਹਨੂੰ ਪੰਜਾਬ ਮਾਡਲ ਕਹਿ ਦਿੰਦੇ ਆ, ਜੋ ਕੇਜਰੀਵਾਲ ਦੀ ਸੋਚ ਆ ਉਹਨੂੰ ਦਿੱਲੀ ਮਾਡਲ ਕਹਿ ਦਿੰਦੇ ਆ। ਸੋ ਮੇਰੇ ਰੋਪੜ ਪ੍ਰਤੀ ਮੇਰੀ ਸੋਚ ਹੈ ਜੋ ਮੈਂ ਕਰਨਾ ਚਾਹੁੰਦਾ ਵਾਂ। ਰੋਪੜ ਦੇ ਵਿੱਚ ਬਹੁਤ ਪੋਟੈਂਸ਼ੀਅਲ ਆ ਟੂਰਿਜ਼ਮ ਦੀ,
ਕਿਉਂਕਿ ਤੁਸੀਂ ਵੇਖੋ ਮੈਂ ਹਰ ਇੰਟਰਵਿਊ 'ਚ ਹਰ ਜਗ੍ਹਾ ਇਹ ਕਹਿੰਦਾ, ਰੋਪੜ 'ਚ ਦਰਿਆ ਵਾ, ਰੋਪੜ 'ਚ ਪਹਾੜ ਆ, ਰੋਪੜ ਜੰਗਲ ਆ, ਰੋਪੜ 'ਚ ਪਲੇਨ ਆ। ਇਹ ਇੱਕ ਅਨੋਖਾ ਹੀ ਇੱਕ ਲੈਂਡਸਕੇਪ ਆ, ਤੁਸੀਂ ਇਸ ਤਰੀਕੇ ਨਾਲ ਕਹਿ ਲਓ, ਜਿੱਥੇ ਸਾਰਾ ਕੁਝ ਹੈਗਾ ਵਾ। ਸੋ ਇੱਥੇ ਟੂਰਿਜ਼ਮ ਨੂੰ ਲੈ ਕੇ, ਕਿਉਂਕਿ ਅਨੰਦਪੁਰ ਸਾਹਿਬ ਆ, ਸਾਰੇ ਇੱਥੋਂ ਜਾਂਦੇ, ਹਿਮਾਚਲ ਨੂੰ ਆ ਸੜਕ ਜਾਂਦੀ ਆ, ਪੰਜਾਬ ਦੇ ਕਈ ਡਿਸਟ੍ਰਿਕਟਸ ਨੂੰ ਅਗਰ ਅੰਮ੍ਰਿਤਸਰ ਨੂੰ ਜਾਣਾ ਹੋਵੇ ਉੱਪਰੋਂ ਦੀ, ਕਈ ਤਾਂ ਉੱਪਰੋਂ ਦੀ ਜਾਂਦੇ, ਲੇਕਿਨ ਅਗਰ ਚੰਡੀਗੜ੍ਹੋਂ ਆਉਣਾ ਹੋਵੇ ਤਾਂ ਇੱਧਰੋਂ ਦੀ ਜਾਈਦਾ ਵਾ। ਕਈ ਦਿੱਲੀ ਵਾਲੇ ਉੱਪਰ ਦੀ ਘੁੰਮ ਕੇ ਜਾਂਦੇ ਆ। ਲੇਕਿਨ ਅਗਰ ਅਸੀਂ ਇੱਧਰ ਨੂੰ ਇਹਨੂੰ ਐਜ਼ ਅ ਟੂਰਿਜ਼ਮ ਹੱਬ ਡਿਵੈਲਪ ਕਰੀਏ, ਭਾਵੇਂ ਰਿਲੀਜੀਅਸ ਟੂਰਿਜ਼ਮ ਦੇ ਤੌਰ 'ਤੇ ਕਰੀਏ, ਭਾਵੇਂ ਜੰਗਲਸ ਦੇ ਵਿੱਚ ਅਸੀਂ ਕੋਈ ਨਵਾਂ ਸਿਸਟਮ ਲਿਆ ਕੇ ਉਹਨਾਂ ਨੂੰ ਡਿਵੈਲਪ ਕਰੀਏ, ਜਿੱਥੇ ਲੋਕ ਨੈਚੁਰਲ ਆਪਣਾ ਉਸ ਚੀਜ਼ ਨੂੰ ਦੇਖਣਾ ਪਸੰਦ ਕਰਦੇ ਆ। ਪਹਾੜਾਂ ਦੇ ਵਿੱਚ ਵਸਿਆ ਹੋਇਆ ਰੋਪੜ ਆ, ਪੁਆਧ ਏਰੀਆ ਕਹਿੰਦੇ ਆ, ਜਿਵੇਂ ਪੁਆਧ ਦਾ ਮਤਲਬ ਆ ਪਹਾੜਾਂ ਦੇ ਵਿੱਚ ਜਿਹੜੀ ਉਹਦੀ ਗੋਦ ਵਿੱਚ ਬੈਠਾ ਹੋਇਆ ਪੁਆਧ। ਸੋ ਇਹਦੇ ਵਿੱਚ ਬਹੁਤ ਖੂਬਸੂਰਤੀ, ਬੜੀ ਪੋਟੈਂਸ਼ੀਅਲ ਹੈ ਇੱਥੇ ਟੂਰਿਜ਼ਮ ਦੀ। ਉਸ ਤੋਂ ਇਲਾਵਾ ਅਗਰ ਤੁਸੀਂ ਕਹੋਗੇ ਵੀ ਰੋਪੜ ਦੇ ਵਿੱਚ ਬੇਸਿਕ, ਰੋਪੜ ਦਾ ਇੱਕ ਬੜਾ ਵੱਡਾ ਇਨਫਰਾਸਟਰਕਚਰ ਆ। ਰੋਪੜ ਇੱਕ ਬੜੀ ਵੱਡੀ ਡਿਵੀਜ਼ਨ ਸੀਗੀ, ਰੋਪੜ ਇੱਕ ਬੜਾ ਵੱਡਾ ਇਤਿਹਾਸਿਕ ਸ਼ਹਿਰ ਸੀਗਾ। ਲੇਕਿਨ ਕਿਉਂਕਿ ਜ਼ਿਲ੍ਹਿਆਂ ਦੀ ਵੰਡ ਕਰਕੇ ਨਵਾਂ ਸ਼ਹਿਰ ਤੋਂ ਲੈ ਕੇ ਮੋਹਾਲੀ ਤੱਕ ਜ਼ਿਲ੍ਹਿਆਂ ਦੀ ਵੰਡ ਹੋ ਗਈ, ਡਿਵੀਜ਼ਨਲ ਹੈੱਡਕੁਆਟਰ ਜ਼ਰੂਰ ਰੋਪੜ ਰਿਹਾ। ਇੱਥੇ ਇਨਫਰਾਸਟਰਕਚਰ ਅਵੇਲੇਬਲ ਹੈਗਾ ਵਾ, ਲੇਕਿਨ ਸ਼ਾਇਦ ਇਹਨਾਂ ਦੀ ਲੈਕ ਆਫ ਡਿਵੈਲਪਮੈਂਟ ਔਰ ਲੈਕ ਆਫ ਸੋਚ ਕਰਕੇ ਰੋਪੜ ਦਾ ਇਨਫਰਾਸਟਰਕਚਰ ਉੱਥੇ ਦਾ ਉੱਥੇ ਖੜਾ ਵਾ, ਲੇਕਿਨ ਉਹਨੂੰ ਅਸੀਂ ਉੱਥੇ ਕੁਝ ਪਹੁੰਚਾ ਨਹੀਂ ਸਕੇ ਫੈਸਿਲਿਟੀਜ਼, ਉੱਥੇ ਕੋਈ ਉਹਨੂੰ ਅਪਗ੍ਰੇਡ ਨਹੀਂ ਕਰ ਸਕੇ, ਉਹਨੂੰ ਐਜ਼ ਪਰ ਪ੍ਰੈਜ਼ੈਂਟ ਸੈਟਅਪ ਉਹਨੂੰ ਅਸੀਂ ਉਹ ਨਹੀਂ ਕਰ ਸਕੇ, ਮੈਚ ਨਹੀਂ ਕਰ ਸਕੇ। ਸੋ ਰੋਪੜ ਦੇ ਵਿੱਚ ਪੋਟੈਂਸ਼ੀਅਲ ਬਹੁਤ ਆ। ਰੋਪੜ ਦੇ ਵਿੱਚ ਹਰ ਇਨਫਰਾਸਟਰਕਚਰ ਵੀ ਅਵੇਲੇਬਲ ਆ। ਜਿਵੇਂ ਸਿੰਘਪੁਰ ਦਾ ਹਸਪਤਾਲ ਆ ਸਾਡੇ ਇੱਥੇ ਰੋਪੜ, ਉਹ ਬੜੀ ਦੇਰ ਤੋਂ ਮਤਲਬ ਉੱਥੇ ਡਾਕਟਰ ਨਹੀਂ ਹੈਗੇ। ਉੱਥੇ ਬਿਲਡਿੰਗ ਬਣੀ ਪਈ ਆ, ਬਹੁਤ ਵੱਡੀ ਬਿਲਡਿੰਗ ਆ। ਅੱਗੇ ਤਾਂ ਬਿਲਡਿੰਗਸ ਨਹੀਂ ਹੁੰਦੀਆਂ ਹਸਪੀਟਲ ਦੀਆਂ। ਉਹੀ ਤੁਸੀਂ ਅਗਰ ਕਹੋਗੇ ਵੀ ਨੂਰਪੁਰ ਬੇਦੀ ਦੇ ਇਲਾਕੇ ਦੇ ਵਿੱਚ ਕਾਲਜ ਕੋਈ ਨਹੀਂ ਹੈਗਾ ਜਿਹੜਾ ਟੈਕਨੀਕਲ ਐਜੂਕੇਸ਼ਨ ਨੂੰ ਲੈ ਕੇ, ਜਿਹਦਾ ਵਰਲਡ ਕਲਾਸ ਐਜੂਕੇਸ਼ਨ ਨੂੰ ਲੈ ਕੇ ਉੱਥੇ ਤੱਕ ਪਹੁੰਚਾ ਸਕੀਏ। ਉਹੀ ਰੋਪੜ ਦੇ ਵਿੱਚ ਤੁਸੀਂ ਅਗਰ ਵੇਖੋਗੇ, ਰੋਪੜ ਇੱਕ ਬੋਟ ਸ਼ੇਪਡ ਕਰਕੇ ਹੈਗਾ ਸ਼ਹਿਰ, ਉਹ ਬਾਹਰੋਂ ਵੱਡਾ ਵਾ, ਥੱਲੋਂ ਐਂ ਕਰਕੇ ਅੰਦਰ ਆ ਜਾਂਦਾ, ਜਿਹਦੇ ਕਰਕੇ ਪਾਣੀ ਸਾਰਾ ਥੱਲੇ ਇਕੱਠਾ ਹੋ ਜਾਂਦਾ ਔਰ ਉੱਥੋਂ ਡਰੇਨੇਜ ਦਾ ਸਿਸਟਮ ਨਹੀਂ ਹੁੰਦਾ। ਸੋ ਇਹ ਔਰ ਲਾਸਟ ਦੇ ਵਿੱਚ ਮੈਂ ਅਗਰ ਕਹੋ, ਰੋਪੜ ਦੇ ਵਿੱਚ ਆਲੇ ਦੁਆਲੇ ਨਹਿਰਾਂ ਲੱਗਦੀਆਂ, ਇੱਥੋਂ ਭਾਖੜਾ ਨਿਕਲਦੀ ਆ, ਕਈ ਨਹਿਰਾਂ ਨਿਕਲਦੀਆਂ ਸਤਲੁਜ ਦਰਿਆ ਕਰਕੇ, ਲੇਕਿਨ ਇੱਥੇ ਪੀਣ ਦੇ ਪਾਣੀ ਦੀ ਬੜੀ ਕਿੱਲਤ ਹੈਗੀ ਆ। ਸੋ ਇਹ ਬੇਸਿਕ ਐਮਿਨਿਟੀਜ਼ ਤੋਂ ਲੈ ਕੇ ਇੱਕ ਰੋਡ ਮੈਪ ਲੈ ਕੇ ਰੋਪੜ ਦੇ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਹਾਂ ਔਰ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਅਗਰ ਲੋਕ ਮੌਕਾ ਦੇਣਗੇ ਤਾਂ ਜ਼ਰੂਰ ਕਰਾਂਗੇ। ਢਿੱਲੋਂ ਸਾਹਿਬ, ਚੰਨੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਵਿੱਚ ਕਿਵੇਂ ਫਰਕ ਦੇਖਦੇ ਹੋ? ਹਰ ਪਰਸਨੈਲਿਟੀ ਦਾ ਆਪਣਾ ਆਪਣਾ ਸਟਾਈਲ ਆ, ਆਪਣਾ ਆਪਣਾ ਅੰਦਾਜ਼ ਆ। ਚੰਨੀ ਸਾਹਿਬ ਦੀ ਅਸੈਸਿਬਿਲਿਟੀ ਉਹਨਾਂ ਦਾ USP ਸੀ। ਚੰਨੀ ਸਾਹਿਬ ਦਾ ਡਾਊਨ ਟੂ ਅਰਥ ਜਿਹੜਾ ਇੱਕ ਤਰ੍ਹਾਂ ਤੋਂ ਇੱਕ ਡਿਫਰੈਂਟ, ਉਹਨਾਂ ਨੇ ਚੀਫ ਮਿਨਿਸਟਰਸ਼ਿਪ ਦੇ ਮਾਇਨੇ ਬਦਲਤੇ, ਐਜ਼ ਪਰ ਨੋਰਮਸ ਨਹੀਂ ਚੱਲੇ। ਸੋ ਇੱਕ ਚੰਨੀ ਸਾਹਿਬ ਦਾ ਇੱਕ ਆਪਣਾ ਦਾਇਰਾ ਸੀ, ਆਪਣਾ ਇੱਕ ਸਟਾਈਲ ਸੀ। ਉਹੀ ਕੈਪਟਨ ਸਾਹਿਬ ਦੀ ਇੱਕ ਸੋਚ ਸੀ ਕਿ ਕੈਪਟਨ ਸਾਹਿਬ ਸ਼ਾਇਦ ਪੋਲੀਟੀਕਲੀ ਉਨੀਆਂ ਚੀਜ਼ਾਂ ਨਹੀਂ ਕਰਦੇ ਸੀ। ਕੈਪਟਨ ਸਾਹਿਬ ਮੈਂ ਕਹੂੰਗਾ ਵੀ ਉਹਨਾਂ ਦੀ ਇੱਕ ਉਹ ਹਿਸਟੋਰੀਅਨ ਹੋਣ ਕਰਕੇ ਥੋੜ੍ਹਾ ਜਿਹਾ ਇਹ ਚਾਹੁੰਦੇ ਸੀ ਮੇਰੀ ਇਮੇਜ ਜਿਹੜੀ ਆ ਉਹ ਬੜੀ ਸਹੀ ਰਵੇ। ਸੋ ਉਹ ਇਮੇਜ ਨੂੰ ਵੇਖ ਕੇ ਆਪਣੀ ਰਾਜਨੀਤੀ ਕਰਦੇ ਸੀ। ਚੰਨੀ ਸਾਹਿਬ ਥੋੜ੍ਹੀ ਲੋਕਾਂ ਦੇ ਹਿਸਾਬ ਨਾਲ ਆਪਣੀ ਰਾਜਨੀਤੀ ਕਰਦੇ ਆ। ਪਰ ਇਮੇਜ ਬਣਾ ਨਹੀਂ ਸਕੇ ਉਹ ਲੋਕਾਂ ਦੇ ਵਿੱਚ। 5 ਸਾਲ ਦੀ ਜਿਹੜੀ 4.5 ਸਾਲ ਐਜ਼ ਏ ਮੁੱਖ ਮੰਤਰੀ, ਉਹ ਉਹਦੇ 'ਤੇ ਕਾਫੀ ਸਵਾਲੀਆ ਚੰਨ ਖੜੇ ਹੋਏ। ਮੈਂ ਤਾਂ ਆਪ ਕਹਿੰਦਾ, ਤਾਂ ਹੀ ਤਾਂ ਮੈਂ ਕਰਨਾ, ਉਹ ਤਾਂ ਸੋਚਦੇ ਸੀ ਵੀ ਮੇਰੀ ਬਹੁਤ ਜ਼ਬਰਦਸਤ ਮੇਰਾ ਮਾਹੌਲ ਆ। ਕੋਈ ਜ਼ਿਆਦਾ ਅਫਸਰਸ਼ਾਹੀ 'ਤੇ ਜ਼ਿਆਦਾ ਡਿਪੈਂਡ ਰਹਿੰਦੇ ਸੀ। ਮੈਂ ਤੁਹਾਨੂੰ ਇਹੀ ਕਹਿਣਾ, ਤੁਹਾਨੂੰ ਵੀ ਕਈ ਵਾਰ ਕਹਿੰਦੇ ਸਿਸਮਾ ਮਹਿਲ ਦੇ ਬਾਹਰ ਖੜਨਾ ਪੈਂਦਾ ਸੀ। ਬੜਾ ਕੁਛ ਹੁੰਦਾ ਸੀਗਾ, ਬੜਾ ਕੁਛ ਸੀਗਾ। ਚਲੋ ਇਹ ਚੱਲਦਾ ਰਹਿੰਦਾ। ਦੇਖੋ, ਮੈਂ ਉਹਨਾਂ ਬਾਰੇ ਬੋਲਣਾ ਨਹੀਂ ਚਾਹੁੰਦਾ ਕੁਛ ਵੀ। ਅੱਜ ਉਹ ਹਿਸਟਰੀ ਆ, ਅੱਜ ਮੈਂ ਉਹਨਾਂ ਬਾਰੇ ਬੋਲ ਕੇ ਕੀ ਫਾਇਦਾ। ਕੈਪਟਨ ਅਮਰਿੰਦਰ ਸਿੰਘ, ਚਲੋ ਰਾਜਨੀਤੀ 'ਚ ਕਿਸੇ ਦੀ ਵੀ ਵਾਪਸੀ ਹੋ ਸਕਦੀ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲ ਕੇ ਕੀ ਫਾਇਦਾ। ਸਾਡੀ ਪਾਰਟੀ 'ਚ ਨਹੀਂ ਰਹੇ, ਸਾਡੇ ਨਾਲ ਨਹੀਂ ਰਹੇ। ਉਹਨਾਂ ਬਾਰੇ, ਉਹਨਾਂ ਨਾਲ ਇੱਕ ਲੰਬਾ ਸਮਾਂ ਰਿਹਾ। ਸੋ ਉਹਨਾਂ ਬਾਰੇ ਬੋਲ ਕੇ ਕੋਈ ਜ਼ਿਆਦਾ ਲੰਬਾ ਚੌੜਾ ਮੈਨੂੰ ਲੱਗਦਾ ਕੋਈ ਨਾ ਤਾਂ ਦਰਸ਼ਕਾਂ ਨੂੰ ਕੋਈ ਉਹਦਾ ਫਾਇਦਾ ਮਿਲੂਗਾ। ਹਾਂ, ਜ਼ਰੂਰ ਮਸਾਲਾ ਜ਼ਰੂਰ ਮਿਲ ਜਾਂਦਾ ਕਈਆਂ ਨੂੰ, ਲੇਕਿਨ ਇਹਦੇ ਨਾਲ ਮੈਨੂੰ ਲੱਗਦਾ ਨਾਨ ਪ੍ਰੋਡਕਟਿਵ ਜੀ ਗੱਲ ਹੋ ਜਾਂਦੀ ਹੈ ਉਹਦੇ ਨਾਲ, ਕਿਉਂਕਿ ਕੈਪਟਨ ਸਾਹਿਬ ਮੇਰੇ ਹਿਸਾਬ ਨਾਲ ਸ਼ਾਇਦ ਉਹਨਾਂ ਦੀ ਪਾਰਟੀ ਦਾ ਵੀ ਕੁਝ ਜ਼ਿਆਦਾ ਨਹੀਂ ਬਣੂਗਾ। ਸੋ ਦੇਖੋ। ਨਵਜੋਤ ਸਿੱਧੂ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਮੁੱਖ ਮੰਤਰੀ ਦਾ ਉਮੀਦਵਾਰ ਕਾਂਗਰਸ ਦੇ ਵਿੱਚ ਕੌਣ ਹੋਊਗਾ? ਦੇਖੋ, ਇਹ ਤਾਂ ਪਾਰਟੀ ਨੇ ਉਹਨੇ 5-7 ਦਿਨਾਂ 4-5 ਦਿਨਾਂ 'ਚ ਕਿਸੇ ਵੀ, ਕਿਉਂਕਿ ਰਾਹੁਲ ਗਾਂਧੀ ਦਾ ਇਹੀ ਬਿਆਨ ਆਇਆ ਸੀ ਕਿ ਜਿਹਨੂੰ MLA ਚਾਹਣਗੇ ਜਾਂ ਵਰਕਰ ਜਿਹਨੂੰ ਪਸੰਦ ਕਰਨਗੇ ਉਹੀ ਮੰਤਰੀ। ਠੀਕ ਹੈ, ਪਾਰਟੀ ਨੇ ਫੈਸਲਾ ਕਰ ਲਿਆ ਅਨਾਊਂਸ ਕਰਨ ਦਾ ਵੀ ਮੁੱਖ ਮੰਤਰੀ ਕੈਂਡੀਡੇਟ ਹੋਣਾ ਚਾਹੀਦਾ ਵਾ। ਲੇਕਿਨ ਮੈਂ ਤਾਂ ਅੱਜ ਵੀ ਇਹ ਗੱਲ ਕਹਿੰਦਾ, ਫਿਰ MLAs ਨੂੰ ਆਪਾਂ 117 MLAs ਦਾ ਕੀ ਮਾਇਨੇ ਰਹਿ ਜਾਂਦੇ ਆ, ਫਿਰ ਡੈਮੋਕ੍ਰੇਸੀ ਦਾ ਕੀ ਮਾਇਨੇ ਰਹਿ ਜਾਂਦੇ ਆ। ਇਹ ਕੋਈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨ ਥੋੜ੍ਹਾ ਵਾ। ਆਪਣਾ ਇੱਕ ਢਾਂਚਾ ਬਣਿਆ ਹੋਇਆ, ਆਪਣਾ ਇੱਕ ਸਿਸਟਮ ਬਣਿਆ ਹੋਇਆ, ਜਿਹਦੇ ਵਿੱਚ MLAs ਨੂੰ ਤੁਸੀਂ ਚੁਣੋਗੇ, MLAs ਅੱਗੇ ਆਪਣਾ ਲੀਡਰ ਆਫ ਹਾਊਸ ਚੁਣਨਗੇ।
ਸੋ ਫਿਰ ਆਪਾਂ ਤਾਂ ਉਹ ਸਿਸਟਮਸ ਨੂੰ ਸਾਰਿਆਂ ਨੂੰ ਹੀ ਆਪਾਂ ਉਡਾ ਕੇ, ਮਤਲਬ ਮੈਂ ਇਹ ਨਹੀਂ ਕਹਿੰਦਾ ਮੈਂ ਕੋਈ, ਮੇਰੇ ਵੱਲੋਂ ਕੋਈ ਇਸ਼ੂ ਨਹੀਂ ਆ ਮੈਨੂੰ, ਤੁਹਾਡੇ ਆਪਣੇ ਵਿਊਜ਼ ਨੇ, ਲੇਕਿਨ ਮੇਰਾ ਆਪ ਦੇ ਵਿਊਜ਼ ਆ ਵੀ ਫਿਰ ਸਿਸਟਮ ਦਾ 117 ਹੈ, ਫਿਰ ਐਮਐਲਏਸ ਦਾ ਕੀ ਮਾਇਨੇ ਰਹਿ ਗਏ ਫਿਰ? ਆਪਾਂ ਜਾਂ ਤਾਂ ਆਪਾਂ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨ ਕਰ ਲਓ, ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਫਿਰ ਸਿਸਟਮ ਹੀ ਇਹ ਲੈ ਆਓ। ਅਗਰ ਪਾਰਟੀਆਂ ਨੇ ਅਨਾਊਂਸ ਹੀ ਕਰਨਾ ਵਾ ਤਾਂ ਫਿਰ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨਸ ਕਰ ਲਓ ਔਰ ਫਿਰ ਉਹਨਾਂ ਨੂੰ ਆਪਣਾ ਚੁਣਨ ਦਿਓ। ਲੇਕਿਨ ਇਹਨਾਂ ਦੇ ਮਾਇਨੇ ਅੱਜ ਜਿਹੜੀ ਵੋਟਾਂ ਵਾ ਉਹ ਲੋਕਲ ਇਸ਼ੂਜ਼ ਨੇ ਪੈਣੀਆਂ, ਲੋਕਲ ਰਿਪਰੈਜ਼ੈਂਟੇਟਿਵਸ ਐਮਐਲਏਜ਼ ਨੇ ਤੁਹਾਨੂੰ ਚੁਣਨਾ, ਜਿਨ੍ਹਾਂ ਨੇ ਰੋਜ਼ ਐਮਐਲਏ ਨਾਲ ਤੁਸੀਂ ਇੱਕ ਰਾਬਤਾ ਰੱਖਣਾ ਵਾ। ਤੁਸੀਂ ਵੋਟ ਲਈ ਚੱਲੋ, ਮੰਨ ਲਓ ਕਿਸੇ ਵੱਡੇ ਲੀਡਰ ਦੇ ਨਾਮ ਤੇ, ਉਹ ਮਤਲਬ ਉਹ ਲੀਡਰਾਂ ਨੇ ਤਾਂ ਮੁੱਖ ਮੰਤਰੀ ਦੀ ਕੁਰਸੀਆਂ ਸਾਂਭਣੀਆਂ, ਮੁੱਖ ਮੰਤਰੀ ਨੇ ਆ ਕੇ ਥੋੜ੍ਹਾ ਵੇਖਣਾ ਵੀ ਖੱਡ ਬਠਲੌਰ ਦੇ ਵਿੱਚ, ਹਰੀਪੁਰ ਦੇ ਵਿੱਚ, ਨੂਰਪੁਰ ਬੇਦੀ ਦੇ ਵਿੱਚ ਜਾਂ ਮਾਜਰੀ ਜੱਟਾਂ ਦੇ ਵਿੱਚ ਕੀ ਪ੍ਰੋਬਲਮ ਆ। ਉਹ ਤਾਂ ਲੋਕਲ ਐਮਐਲਏ ਨੇ ਵੇਖਣੇ ਆ ਨਾ। ਤੇ ਫਿਰ ਵੋਟ ਤਾਂ ਉਸ ਬੰਦੇ ਦੇ ਮੂੰਹ ਨੂੰ ਪੈਣੀ ਚਾਹੀਦੀ ਆ। ਉਹ ਤਾਂ ਐਜ਼ ਅ ਚੀਫ ਮਿਨਿਸਟਰ ਆ, ਉਹਨਾਂ ਨੇ ਤਾਂ ਸਟੇਟ ਪਾਲਿਸੀਆਂ ਡਿਸਾਈਡ ਕਰਨੀਆਂ ਵਾ। ਸੋ ਤਾਂ ਲੋਕਾਂ ਨੂੰ ਵੀ ਸੋਚਣਾ ਪਊਗਾ ਵੀ ਕੀ ਅਸੀਂ ਆਹ ਇਸ਼ੂਜ਼ ਦੇ ਉੱਤੇ ਵੋਟ ਪਾ ਦਈਏ ਵੀ ਇਹਨਾਂ ਨੇ ਚੀਫ ਮਿਨਿਸਟਰ ਫੇਸ ਅਨਾਊਂਸ ਕਰਤੇ ਆ। ਸੋ ਮੇਰੇ ਹਿਸਾਬ ਨਾਲ ਇਹ ਇੱਕ ਗਲਤ ਪ੍ਰਥਾ ਵਾ। ਇਹ ਕੋਈ ਸਿਸਟਮ, ਇਹਦਾ ਮਤਲਬ ਤੁਹਾਨੂੰ ਬੇਵਿਸ਼ਵਾਸੀ ਆ, ਤੁਹਾਨੂੰ ਆਪਣੇ ਲੋਕਾਂ ਨੂੰ, ਕਿਉਂਕਿ ਲੋਕ ਵੀ 117 ਐਮਐਲਏ ਨੂੰ ਤਾਂ ਲੋਕ ਹੀ ਚੁਣਦੇ ਨੇ, ਤੇ ਲੋਕ ਚੁਣ ਕੇ ਫਿਰ ਅੱਗੇ ਇੱਕ ਸਿਸਟਮ ਆ ਨਾ, ਲੋਕ ਐਮਐਲਏ ਚੁਣਨਗੇ, ਐਮਐਲਏ ਅੱਗੇ ਲੀਡਰ ਆਫ ਦੀ ਹਾਊਸ ਚੁਣੂਗਾ। ਸੋ ਤੁਸੀਂ ਪਹਿਲਾਂ ਹੀ ਅਗਰ ਮੰਨ ਲਓ ਆਪਾਂ ਐਵੇਂ ਚੀਫ ਮਿਨਿਸਟਰ ਫੇਸ ਆਪਾਂ ਕਹਿੰਦੇ, ਮਤਲਬ ਇਹ ਲੋਕ 4-5 ਜਣਿਆਂ ਨੇ 10 ਜਣਿਆਂ ਨੇ ਇੱਕ ਪ੍ਰਥਾ ਚੱਲ ਪਈ, ਉਹ ਕਹਿੰਦੇ ਜੀ ਲੀਡਰ ਆਫ ਦੀ ਹਾਊਸ ਚੁਣੋ ਜੀ, ਪ੍ਰਥਾ ਚੁਣੋ ਜੀ, ਇਹ ਤਾਂ ਲੋੜ ਆ ਜੀ। ਹੁਣ ਤਾਂ ਐਪ ਸਿਸਟਮ ਤੁਹਾਡੀ ਪਾਰਟੀ ਨੇ ਲਾਂਚ ਕਰਤਾ, ਸ਼ਕਤੀ ਐਪ ਤੇ ਕਹਿੰਦੇ ਦੱਸੋ ਜੀ, ਉਧਰੋਂ ਕੇਜਰੀਵਾਲ ਨੇ ਲਾਂਚ ਕਰਤਾ ਸੀ ਇੱਕ ਟੋਲ ਫਰੀ ਨੰਬਰ। ਦੇਖੋ ਹਰੇਕ ਦੀ ਆਪਣੀ ਆਪਣੀ ਸੋਚ, ਹਰੇਕ ਦੀ ਆਪਣੀ ਆਪਣੀ ਪਾਰਟੀ। ਹੁਣ ਮੈਂ ਵੀ ਪਾਰਟੀ ਨਾਲ ਬੰਨਿਆ ਹੋਇਆ, ਲੇਕਿਨ ਮੈਂ ਤਾਂ ਇਸ ਸਿਸਟਮ ਨੂੰ ਲੋਕਾਂ ਦੇ ਅੱਗੇ ਕਹਿਣਾ ਚਾਹੁੰਦਾ। ਮਤਲਬ ਤੁਸੀਂ ਸੀਐਮ ਫੇਸ ਜਾਣ ਕੇ ਆਪਾਂ ਨੂੰ ਕੀ ਫਰਕ ਮਿਲੂਗਾ? ਅਲਟੀਮੇਟਲੀ ਸੀਐਮ ਨੂੰ ਐਮਐਲਏਜ਼ ਨਹੀਂ ਚਲਾਉਣਾ ਨਾ, ਸੀਐਮ ਨੂੰ ਕੈਬਨਿਟ ਨਹੀਂ ਚਲਾਉਣਾ ਨਾ। ਤਾਂ ਫਿਰ ਸੀਐਮ ਫੇਸ ਅਨਾਊਂਸ ਕਰਨ ਦਾ ਮਾਇਨੇ ਕੀ ਆ? ਕਿਉਂ ਕਰਨਾ ਆਪਾਂ ਸੀਐਮ ਫੇਸ ਅਨਾਊਂਸ? ਸੀਐਮ ਫੇਸ ਅਨਾਊਂਸ ਆਪਾਂ ਇਹ ਕਹੀਏ ਵੀ ਵੋਟ ਜੀ ਉਹਦੇ ਮੂੰਹ ਨੂੰ ਪੈਂਦੀ ਆ, ਫਿਰ ਇਹਦਾ ਮਤਲਬ ਜੇ ਉਹ ਸੀਐਮ ਫੇਸ ਨਹੀਂ ਹੈਗਾ ਤਾਂ ਫਿਰ ਵੋਟ ਨਹੀਂ ਪਊਗੀ। ਫਿਰ ਇਹਦਾ ਮਤਲਬ ਪਾਰਟੀ ਕਿੱਥੇ ਗਈ, ਐਮਐਲਏ ਕਿੱਥੇ ਗਏ? ਮੈਂ ਉਹੀ ਕਹਿਣਾ ਨਾ, ਮੁੱਦੇ ਤਾਂ ਲੋਕਲ ਆ, ਠੀਕ ਆ, ਸਟੇਟ ਦੇ ਮੁੱਦੇ ਜ਼ਰੂਰ ਹੋ ਸਕਦੇ ਆ, ਜਦੋਂ ਉਦੋਂ ਆਉਣਗੇ ਉਦੋਂ ਤੁਸੀਂ ਚੁਣ ਲਓ। ਲੇਕਿਨ ਅੱਜ ਮਤਲਬ ਲੋਕਲਾਈਜ਼ਡ ਐਮਐਲਏਜ਼ ਦਾ ਕੀ ਮਤਲਬ ਰਹਿ ਜਾਂਦਾ ਫਿਰ? ਕਿਸ ਤਰ੍ਹਾਂ ਜੇ ਮਤਲਬ ਲੋਕਲ ਲੈਵਲ ਤੇ ਜਦੋਂ ਵੀ ਕਿਸੇ ਵਰਕਰ ਨੂੰ ਕੰਮ ਪੈਂਦਾ, ਆਮ ਲੋਕਾਂ ਨੂੰ ਪੈਂਦਾ, ਤਾਂ ਉਹਨਾਂ ਦਾ ਬਾਹ ਐਮਐਲਏ ਨਾਲ ਹੀ ਪੈਣਾ। ਬਿਲਕੁਲ ਲੋਕਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ, ਐਮਐਲਏ ਨੇ ਥਾਣੇ ਕਚਹਿਰੀਆਂ ਦੇ ਵਿੱਚ ਤੁਹਾਡੇ ਕੰਮ ਕਰਾਉਣੇ ਆ, ਹੋਰ ਕਰਾਉਣਾ, ਡਿਵੈਲਪਮੈਂਟ ਕਰਾਉਣੀ ਆ। ਮਤਲਬ ਫਿਰ ਜੇ ਇਹੋ ਜਿਹੇ ਐਪਾਂ ਰਾਹੀਂ ਤੁਸੀਂ ਫੈਸਲੇ ਕਰਨੇ ਨੇ ਤਾਂ ਫਿਰ ਪੰਜਾਬ ਦਾ ਭਵਿੱਖ ਕਿੱਧਰ ਨੂੰ ਜਾਊਗਾ? ਮੈਂ ਤਾਂ ਆਪ ਤੁਹਾਨੂੰ ਕਹਿ ਰਿਹਾ, ਮੈਂ ਨਿੱਜੀ ਤੌਰ ਦੇ ਉੱਤੇ ਕਹਾਂ ਜਾਂ ਮੈਂ ਇੱਕ ਡੈਮੋਕ੍ਰੇਸੀ ਦੇ ਤੌਰ 'ਤੇ ਕਹਾਂ ਜਾਂ ਮੈਂ ਇੱਕ ਸਿਸਟਮ ਦੇ ਤੌਰ 'ਤੇ ਕਹਾਂ, ਇਹ ਤੁਸੀਂ ਜਦੋਂ 117 ਚੋਂ ਮੰਨ ਲਓ ਤੁਸੀਂ ਵਰਕਰਾਂ ਦੀ ਚੋਇਸ ਆ, ਉਹ ਤਾਂ ਵਰਕਰਾਂ ਦੇ ਵਿੱਚੋਂ ਇੱਕ ਚੋਇਸ ਆ ਵੀ, ਫਿਰ ਤਾਂ ਤੁਸੀਂ ਐਮਐਲਏ ਵੀ ਐਪ ਸ਼ਕਤੀ ਰਾਹੀਂ ਚੁਣ ਲਿਆ ਕਰੋ। ਫਿਰ ਮੈਂ ਉਹੀ ਕਹਿ ਰਿਹਾ ਵੀ ਮਤਲਬ ਠੀਕ ਹੈ। ਨਹੀਂ ਦੇਖੋ, ਉਹ ਸਿਸਟਮ ਇੱਕ ਚੰਗਾ ਸਿਸਟਮ ਆ, ਇੱਕ ਓਪੀਨੀਅਨ ਲੈਣਾ, ਇੱਕ ਵੋਇਸ ਲੈਣੀ ਲੋਕਾਂ ਦੀ, ਕੋਈ ਗਲਤ ਗੱਲ ਨਹੀਂ ਆ। ਤੁਸੀਂ ਪਾਰਟੀ ਜਾਣਨਾ ਚਾਹੁੰਦੀ ਆ ਆਪਣੇ ਵਰਕਰਾਂ ਦੀ ਆਵਾਜ਼, ਉਹ ਸੁਣ ਲੇ, ਲੇਕਿਨ ਤੁਸੀਂ ਓਵਰਆਲ ਸਿਸਟਮ ਨੂੰ ਸਮਝੋ। ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨਸ ਕਿਉਂ ਆ ਔਰ ਆਪਣਾ ਇਹ ਪਾਰਲੀਮੈਂਟਰੀ ਫਾਰਮ ਆਫ ਇਲੈਕਸ਼ਨਸ ਕਿਉਂ? ਇਹਦੇ ਵਿੱਚ ਪਾਰਲੀਮੈਂਟ ਆ, ਪਾਰਲੀਮੈਂਟ ਵਿਧਾਨ ਸਭਾ ਵਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਕੋਈ ਮਾਇਨੇ ਆ ਇਹਨਾਂ ਦੇ। ਇਹ ਕਨਸਟੀਟਿਊਸ਼ਨ ਜਿਹੜਾ ਬਣਿਆ, ਇਹ ਕੋਈ ਕਾਫੀ ਡਿਸਕਸ਼ਨਸ ਤੋਂ ਬਾਅਦ ਅਸੀਂ ਇਸ ਸਿਸਟਮ ਨੂੰ ਅਸੀਂ ਅਡਾਪਟ ਕੀਤਾ। ਅੱਜ ਤੁਸੀਂ ਉਸ ਸਿਸਟਮ ਨੂੰ ਓਵਰਰਾਈਡ ਕਰਕੇ ਤੁਸੀਂ ਸਿੱਧਾ ਉਹਨੂੰ ਮਤਲਬ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨਸ ਕਰ ਦਿਓ ਔਰ ਲੋਕੀ ਉਸ ਚੀਜ਼ ਨੂੰ ਮਾਇਨੇ ਰੱਖਦੇ ਆ। ਫਿਰ ਕੱਲ੍ਹ ਨੂੰ ਇਹ ਸ਼ਾਇਦ ਇਹ ਸਿਸਟਮ ਵੀ ਉਡਾ ਦੇਣ, ਕੱਲ੍ਹ ਨੂੰ ਐਮਐਲਏਜ਼ ਵਾਲਾ ਸਿਸਟਮ ਹੀ ਉਡਾ ਦੇਣ। ਫਿਰ ਤਾਂ ਉਹ ਕਹਿਣ ਵੀ ਜਿਵੇਂ ਅਮਰੀਕਾ ਦੇ ਵਿੱਚ ਇਲੈਕਸ਼ਨਸ ਹੁੰਦੀ ਆ, ਅਮਰੀਕਾ ਵਿੱਚ ਐਂ ਹੀ ਹੁੰਦਾ ਨਾ ਵੀ ਮਤਲਬ ਮੰਨ ਲਓ 2 ਪ੍ਰੈਜ਼ੀਡੈਂਟ ਆਮਣੇ ਸਾਹਮਣੇ ਲੜਦੇ ਔਰ ਸਾਰੇ ਦੇਸ਼ 'ਚ ਉਹਨਾਂ ਦੇ ਨਾਮ 'ਤੇ ਵੋਟਾਂ ਪੈਂਦੀਆਂ, ਅਤੇ ਫਿਰ ਅਗਰ ਤੁਸੀਂ ਸੀਐਮ ਐਂ ਬਣਾਉਣੇ ਆ, ਫਿਰ ਉਹ ਸਿਸਟਮ ਹੀ ਚੇਂਜ ਕਰ ਦਿਓ। ਫਿਰ ਆਪਾਂ ਆਹ ਸਿਸਟਮ ਨੂੰ ਫੋਲੋ ਨਹੀਂ ਕਰ ਰਹੇ ਨਾ। ਜਦੋਂ ਪਾਰਟੀਆਂ ਮਤਲਬ ਲੜ ਰਹੀਆਂ ਇਲੈਕਸ਼ਨ ਇਸ ਤਰੀਕੇ ਨਾਲ, ਬਿਲਕੁਲ ਵੀ ਔਰ ਫੋਲੋ ਕਰ ਰਹੇ ਹਾਂ ਆਪਾਂ ਦੂਜਾ ਸਿਸਟਮ। ਸੋ ਇਹ ਤਾਂ ਲੋਕਾਂ ਨੂੰ ਸੋਚਣਾ ਪੈਣਾ, ਵੀ ਲੋਕਾਂ ਨੂੰ ਇਹ ਕਹਿਣਾ ਪੈਣਾ ਵੀ ਯਾਰ ਫਿਰ ਐਮਐਲਏਜ਼ ਦੇ ਕੀ ਮਾਇਨੇ ਰਹਿ ਜਾਂਦੇ ਆ। ਢਿੱਲੋਂ ਸਾਹਿਬ, ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਯੂਥ 'ਚ ਵੀ ਕੰਮ ਕੀਤਾ ਹੈ। ਯੂਥ ਨੂੰ ਰਾਹੁਲ ਗਾਂਧੀ ਕਿਸ ਤਰ੍ਹਾਂ ਦੀ ਪ੍ਰੈਫਰੈਂਸ ਦਿੰਦੇ ਨੇ? ਦੇਖੋ, ਮੇਰੇ ਵਰਗੇ ਨੌਜਵਾਨ ਨੂੰ ਅੱਜ ਇੱਥੇ ਮੈਂ ਤੁਹਾਡੇ ਦੂਜੀ ਵਾਰ ਇਲੈਕਸ਼ਨ ਲੜ ਰਿਹਾ। ਮੈਂ ਯੂਥ ਕਾਂਗਰਸ ਦਾ ਪ੍ਰਧਾਨ ਹਾਂ। ਮੈਂ ਯੂਨੀਵਰਸਿਟੀ ਵਿੱਚ ਰਾਜਨੀਤੀ ਕਰਦਾ ਸੀ, ਸਟੂਡੈਂਟ ਪੋਲੀਟਿਕਸ ਕਰਦਾ ਸੀ। ਮੈਨੂੰ ਤਾਂ ਉੱਥੋਂ ਮੈਂ ਕਹੂੰਗਾ ਵੀ ਇੱਕ ਪ੍ਰੋਗਰਾਮ ਰਾਹੀਂ ਜਿਸ ਦਿਨ ਪਹਿਲੀ ਵਾਰ ਮੁਲਾਕਾਤ ਹੋਈ, ਅੱਜ ਉੱਥੇ ਤੱਕ ਪਹੁੰਚਣ ਵਿੱਚ ਰਾਹੁਲ ਜੀ ਦਾ ਸਿਸਟਮ ਦਾ ਬਹੁਤ ਵੱਡਾ ਹੱਥ ਆ। ਰਾਹੁਲ ਗਾਂਧੀ ਦਾ ਇੱਕ ਸਿਸਟਮ ਆ। ਰਾਹੁਲ ਗਾਂਧੀ ਆਪ ਨਹੀਂ ਕੁਛ ਕਰਦੇ। ਰਾਹੁਲ ਜੀ ਕਹਿੰਦੇ ਆ ਵੀ ਇੱਕ ਤੁਸੀਂ ਪ੍ਰੋਸੈਸ ਬਣਾਓ, ਪ੍ਰੋਸੈਸ ਵਿੱਚੋਂ ਨਿਕਲ ਕੇ ਆਓ। ਸੋ ਉਹਨਾਂ ਨੇ ਮੇਰੇ ਵਰਗੇ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਦਿੱਤਾ।
ਉਹ ਭਾਵੇਂ ਯੂਥ ਕਾਂਗਰਸ ਦਾ ਦਿੱਤਾ, ਭਾਵੇਂ ਦੂਜਾ ਦਿੱਤਾ, ਔਰ ਅਸੀਂ ਉਸ ਪ੍ਰੋਸੈਸ 'ਚੋਂ ਨਿਕਲ ਕੇ ਆ ਰਹੇ ਹਾਂ। ਮੇਰੇ ਵਰਗੀ ਦੀ ਕਿਸਮਤ ਚੰਗੀ ਆ, ਸ਼ਾਇਦ ਮੈਂ ਨਿਕਲ ਆਉਂਦਾ। ਹੋਰ ਵੀ ਕਈ ਸਾਥੀ ਆ, ਉਹ ਵਿਚਾਰੇ ਕਿਤੇ ਅੱਗੇ ਪਿੱਛੇ ਰਹਿ ਜਾਂਦੇ ਆ, ਲੇਕਿਨ ਉਹਨਾਂ ਨੂੰ ਵੀ ਮੌਕਾ ਮਿਲਦਾ ਵਾ। ਸੋ ਰਾਹੁਲ ਗਾਂਧੀ ਜੀ ਦਾ ਫੋਕਸ ਬਹੁਤ ਕਲੀਅਰ ਆ। ਉਹਨਾਂ ਨੂੰ ਅਗਰ ਤੁਸੀਂ ਦੇਖੋਗੇ, ਉਹਨਾਂ ਦੀ ਰਾਜਨੀਤੀ ਸਮਝੋਗੇ, ਅਤੇ ਉਹ ਹਰ ਬੰਦੇ ਨੂੰ ਇਕੁਅਲ ਓਪਰਚੁਨਿਟੀ ਦੇਣਾ ਚਾਹੁੰਦੇ ਆ। ਉਹ ਕਹਿੰਦੇ ਅਗਰ ਲੀਡਰ ਦਾ ਮੁੰਡਾ ਵਾ, ਉਹਦੇ ਵਾਸਤੇ ਵੀ ਉਹੀ ਓਪਰਚੁਨਿਟੀ ਹੋਵੇ, ਕੋਈ ਆਮ ਘਰ ਦਾ ਮੁੰਡਾ ਵਾ, ਉਹਦੇ ਵਾਸਤੇ ਵੀ ਉਹੀ ਓਪਰਚੁਨਿਟੀ ਹੋਵੇ, ਔਰ ਅਗਰ ਕੋਈ ਹੋਰ ਹੈਗਾ ਉਹਦੇ ਵਾਸਤੇ ਉਹ ਓਪਰਚੁਨਿਟੀ। ਕਈ ਵਾਰ ਪਾਰਟੀ ਦੇ ਵਿੱਚ ਉਹਨਾਂ ਦੀ ਨਹੀਂ ਵੀ ਚੱਲਦੀ, ਉਦੋਂ ਕਈ ਵਾਰ ਉਹ ਚੀਜ਼ਾਂ ਬੱਚੇ ਕਈ ਜਾਂ ਨੌਜਵਾਨ ਉਦੋਂ ਕਿਤੇ ਧੱਕਾ ਵੀ ਹੋ ਜਾਂਦਾ। ਲੇਕਿਨ ਜਦੋਂ ਅਗਰ ਉਹਨਾਂ ਦੀ ਰਾਜਨੀਤੀ ਨੂੰ ਸਮਝੋ, ਤਾਂ ਉਹ ਹਰੇਕ ਨੂੰ ਬਰਾਬਰ ਓਪਰਚੁਨਿਟੀ ਦੇਣਾ ਚਾਹੁੰਦੇ, ਜੋ ਕਿ ਮੇਰੇ ਹਿਸਾਬ ਨਾਲ ਅੱਜ ਦੇ ਸਮੇਂ 'ਚ ਸਭ ਤੋਂ ਜ਼ਰੂਰੀ ਹੈ। ਢਿੱਲੋਂ ਸਾਹਿਬ, ਰੋਪੜ ਹਲਕੇ ਦੇ ਵਿੱਚ ਪਿਛਲੀ ਵਾਰ ਤੋਂ ਤੁਸੀਂ ਲਗਾਤਾਰ 10 ਸਾਲ ਤੋਂ ਇੱਥੇ ਕੰਮ ਕਰ ਰਹੇ ਹੋ। ਇਸ ਹਲਕੇ ਦੀ ਟਿਕਟ ਵੀ ਮਿਲੀ, ਤੁਸੀਂ ਹਾਰ ਗਏ, ਉਸ ਤੋਂ ਬਾਅਦ ਹੁਣ ਫਿਰ ਤੁਹਾਨੂੰ ਟਿਕਟ ਮਿਲ ਗਈ। ਆਮ ਆਦਮੀ ਪਾਰਟੀ ਦੇ ਇੱਥੋਂ ਜਿਹੜੇ ਮੌਜੂਦਾ ਵਿਧਾਇਕ ਜਿੱਤੇ ਸੀ ਪਿਛਲੀ ਵਾਰੀ, ਜਦੋਂ ਲਹਿਰ ਸੀ, ਅਮਰਜੀਤ ਸੰਦੋਆ, ਉਹਨਾਂ ਦਾ ਜਿਹੜਾ ਇਸ ਵਾਰੀ ਫਿਰ ਆਮ ਆਦਮੀ ਪਾਰਟੀ ਨੇ ਦਾ ਨਵਾਂ ਕੈਂਡੀਡੇਟ ਇੱਥੇ, ਕਿਵੇਂ ਮੁਕਾਬਲਾ ਵੇਖਦੇ ਹੋ ਆਮ ਆਦਮੀ ਪਾਰਟੀ ਦੀ? ਮੈਨੂੰ ਤਾਂ ਜ਼ਿਆਦਾ ਬੋਲਣ ਦੀ ਲੋੜ ਨਹੀਂ, ਉਹਦੇ ਬਾਰੇ ਤਾਂ ਅਮਰਜੀਤ ਸੰਦੋਏ ਨੇ ਹੀ ਦੱਸਤਾ ਜ਼ਿਆਦਾ ਕੁਛ। ਕਿਵੇਂ ਜੀ? ਕਾਫੀ ਕੁਛ ਬੋਲੇ ਉਹਨਾਂ ਬਾਰੇ। ਉਹ ਅਮਰਜੀਤ ਸੰਦੋਆ ਜੀ ਕਹਿੰਦੇ ਵੀ ਇਹ ਬਲੈਕਮੇਲਰ ਆ, ਐਕਸਟੋਰਸ਼ਨਿਸਟ ਆ, ਵੀ ਇਹ RTI ਪਾ ਕੇ ਪੈਸੇ ਕਢਾਉਂਦਾ ਲੋਕਾਂ ਤੋਂ, ਵੀ ਆ ਕਿਸੇ ਨੂੰ ਤੰਗ ਕਰਨਾ ਹੋਵੇ ਉਹਦੇ ਵਾਸਤੇ RTI ਪਾਉਂਦਾ, ਔਰ ਫਿਰ ਉਹ ਤੋਂ ਪੈਸੇ ਕਢਾਉਂਦਾ। ਉਹਨਾਂ ਦੀ ਵਰਡਿੰਗ। ਹਾਲਾਂਕਿ ਮੈਂ ਆਪਣੇ ਕਿਸੇ ਕੈਂਪੇਨ 'ਚ ਕੋਸ਼ਿਸ਼ ਕਰਦਾ ਵੀ ਕਿਸੇ 'ਤੇ ਨਿੱਜੀ ਟਿੱਪਣੀਆਂ ਨਾ ਕਰਾਂ, ਲੇਕਿਨ ਇਹ ਉਹਨਾਂ ਦੀ ਸੋਚ ਆ, ਮਤਲਬ ਇਹ ਉਹਨਾਂ ਦੀ ਇੱਕ ਇਮੇਜ ਆ ਇੱਥੇ। ਔਰ ਤੁਸੀਂ ਅਗਰ ਵੇਖੋਗੇ ਨੂਰਪੁਰ ਬੇਦੀ ਇਲਾਕੇ 'ਚ ਕਿਸੇ ਤੋਂ ਵੀ ਉਹਨਾਂ ਦੇ ਪਰਿਵਾਰ ਬਾਰੇ ਪੁੱਛ ਲਓ, ਉਹ ਪਹਿਲੋਂ ਸਿਲੰਡਰ ਵੀ ਵੇਚਦੇ ਰਹੇ ਆ, ਪਹਿਲੋਂ ਮਤਲਬ ਬਹੁਤ ਕੁਛ ਆ। ਮਤਲਬ ਮੈਂ ਆਪਣੀ ਜ਼ਬਾਨ ਗੰਦੀ ਨਹੀਂ ਕਰਨਾ ਚਾਹੁੰਦਾ ਉਹਨਾਂ ਬਾਰੇ ਬੋਲ ਕੇ। ਇੱਕ ਇੰਸੀਡੈਂਟ ਇਹੋ ਜਿਹਾ ਹੋਇਆ ਸੀਗਾ, ਜਿਹੜਾ ਭਰੇ ਚੌਂਕ ਦੇ ਵਿੱਚ, ਮਤਲਬ ਜੋ ਇੰਸੀਡੈਂਟ ਹੋਇਆ ਸੀਗਾ, ਮੈਂ TV ਕੈਮਰੇ 'ਤੇ ਨਹੀਂ ਬੋਲ ਸਕਦਾ ਤੁਸੀਂ, ਲੇਕਿਨ ਤੁਸੀਂ ਲੋਕਾਂ ਤੋਂ ਜਾ ਕੇ ਪੁੱਛੋ ਵੀ ਇਹਨਾਂ 'ਤੇ ਕੀ ਕੁਛ ਇਲਾਕੇ 'ਚ ਹੋਇਆ। ਸੋ ਬੇਸਿਕਲੀ ਮੈਂ ਆਮ ਆਦਮੀ 'ਤੇ ਹੈਰਾਨ ਹਾਂ ਵੀ ਆਮ ਆਦਮੀ ਗੱਲਾਂ ਕਰਦੀ ਆ ਕ੍ਰਾਂਤੀ ਲਿਆਉਣ ਦੀ, ਗੱਲਾਂ ਕਰਦੀ ਆ ਸਾਫ ਸੁਥਰੀ ਪੋਲੀਟਿਕਸ ਦੀ, ਔਰ ਤੁਸੀਂ ਉਹਨਾਂ ਦੇ ਕੈਂਡੀਡੇਟ ਸਿਲੈਕਸ਼ਨ ਵੇਖ ਲਓ। ਓਵਰਆਲ ਕੋਈ 10 ਜਣੇ ਅਕਾਲੀ ਦਲ 'ਚੋਂ ਫੜੇ, 15 ਜਣੇ ਕਾਂਗਰਸ 'ਚੋਂ ਫੜੇ, 5-7 ਪਰਚਿਆਂ ਵਾਲੇ ਫੜੇ, ਔਰ ਇਹਨਾਂ ਨਾਲ ਉਹ ਰਾਜਨੀਤੀ ਚੇਂਜ ਕਰਨਾ ਚਾਹੁੰਦੇ ਆ। ਸੋ ਅਗਰ ਪਾਕ ਸਾਫ ਰਾਜਨੀਤੀ ਹੋਵੇ, ਔਰ ਅਗਰ ਆਮ ਆਦਮੀ ਦਾ ਕੁਛ ਆਧਾਰ ਹੋਵੇ ਜਿਹੜੀ ਇਹ ਗੱਲ ਕਰਦੇ ਆ, ਅਤੇ ਫਿਰ ਸ਼ਾਇਦ ਇਹ ਸੋਸ਼ਲ ਵਰਕਰਸ ਤੋਂ ਲੈ ਕੇ, ਚੰਗੀ ਅਸਤਿਤਵ ਵਾਲਿਆਂ ਤੋਂ ਲੈ ਕੇ, ਚੰਗੇ ਨੌਜਵਾਨਾਂ ਤੋਂ ਲੈ ਕੇ, ਜਿਨ੍ਹਾਂ ਦਾ ਸ਼ਾਇਦ ਕੋਈ ਰਾਜਨੀਤਿਕ ਬੈਕਗਰਾਊਂਡ ਨਹੀਂ ਆ, ਉਹਨਾਂ ਨੂੰ ਟਿਕਟਾਂ ਦਿੰਦੇ, ਫਿਰ ਮੰਨਦੇ ਵੀ ਵਾਕਈ ਰਾਜਨੀਤੀ ਚੇਂਜ ਕਰਨਾ ਚਾਹੁੰਦੇ। ਇਹ ਤਾਂ ਐਜ਼ ਅ ਟ੍ਰੈਡੀਸ਼ਨਲ ਪਾਰਟੀ ਆ, ਇੱਕ ਜਿਵੇਂ ਬਾਕੀ ਦੀ ਪਾਰਟੀਆਂ ਵਾ ਉਵੇਂ ਦੀ ਇਹ ਪਾਰਟੀ ਆ। ਇਹ ਟ੍ਰੈਡੀਸ਼ਨਲ ਪੋਲੀਟਿਕਸ ਹੀ ਕਰਦੇ ਆ। ਅੱਜ ਲੋਕਾਂ ਨੂੰ ਹੀ ਆਪਣੇ ਆਪ ਨੂੰ ਦਿਖਾਉਣ ਵਾਸਤੇ, ਵੋਟਾਂ ਲੈਣ ਵਾਸਤੇ, ਭਰਮਾਉਣ ਵਾਸਤੇ ਉਹੀ ਗੱਲਾਂ ਕਰੀ ਜਾ ਰਹੇ ਵੀ ਅਸੀਂ ਵੱਖਰੇ ਹਾਂ। ਵੱਖਰੇ ਕਿਵੇਂ ਆਏ? ਸਿਕਿਉਰਟੀਆਂ ਇਹਨਾਂ ਨੇ ਲਿੱਤੀਆਂ, ਘਰ ਇਹਨਾਂ ਨੇ ਲਿੱਤੇ, MLA ਇਹਨਾਂ ਦੇ ਭੱਜ ਗਏ, ਪਰਚਿਆਂ ਵਾਲੇ ਨੂੰ ਇਹਨਾਂ ਨੇ ਦਿੱਤੀਆਂ, ਐਲੀਗੇਸ਼ਨਸ ਇਹਨਾਂ 'ਤੇ ਲੱਗੀਆਂ, ਕਰਪਸ਼ਨ ਦੇ ਚਾਰਜਿਸ ਇਹਨਾਂ 'ਤੇ ਆ, ਟਿਕਟਾਂ ਵੇਚਣ ਦੇ ਇਹਨਾਂ ਦੇ ਚਾਰਜਿਸ ਆ। ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ ਜਿਹੜੀ ਇਹ ਵੱਖਰੀ ਕਰਦੇ ਆ? ਇੱਕ ਵੀ ਗੱਲ ਜੋ ਇਹ ਕਹਿੰਦੇ ਆ ਉਹ ਬਿਲਕੁਲ ਨਹੀਂ ਕਰਦੇ, ਜੋ ਨਹੀਂ ਕਹਿੰਦੇ ਉਹ ਇਹ ਕਰਦੇ ਆ, ਡਰਾਮਾ ਕਰਦੇ ਆ, ਉਸ ਤੋਂ ਵੱਧ ਕੁਛ ਨਹੀਂ ਹੈ। ਸੋ ਮੇਰੇ ਹਿਸਾਬ ਨਾਲ ਇਹਨਾਂ ਤੋਂ ਵੱਡੀ ਪਖੰਡੀ ਔਰ ਝੂਠੀ ਪਾਰਟੀ ਸ਼ਾਇਦ ਹੀ ਕੋਈ ਹੋਵੇ। ਅਮਰਜੀਤ ਸੰਦੋਆ, ਦੇਖੋ ਰੋਪੜ ਦੇ ਲੋਕਾਂ ਨੇ ਤਾਂ ਜਦੋਂ ਕੈਂਡੀਡੇਟ ਚੁਣਦੇ ਨੇ, MLA ਬਣਾ ਦਿੰਦੇ ਨੇ। ਆਮ ਆਦਮੀ ਪਾਰਟੀ ਦਾ MLA ਬਣਾਇਆ, ਹੁਣ ਕੀ ਗੱਲ ਹੋ ਗਈ ਇਸ ਵਾਰੀ ਉਹਨਾਂ ਦੀ ਟਿਕਟ ਜਿਹੜੀ ਕੱਟੀ ਗਈ? ਦੇਖੋ ਹੁਣ ਮੈਨੂੰ ਲੱਗਦਾ ਉਹ ਕਾਂਗਰਸ 'ਚ ਆ ਗਏ ਸੀ, ਇਹਨਾਂ ਨੂੰ ਲੱਗਾ ਵੀ ਸਾਡੇ ਨਾਲ ਸ਼ਾਇਦ ਲੋਇਲ ਨਹੀਂ ਰਹੇ, ਇਸ ਕਰਕੇ ਟਿਕਟ ਕੱਟਤੀ। ਜਾਂ ਮੈਂ ਜੋ ਅਗਰ ਅਮਰਜੀਤ ਸੰਦੋਏ ਦੇ ਹਿਸਾਬ ਨਾਲ ਸੁਣੋ, ਅਤੇ ਉਹ ਕਹਿੰਦੇ ਵੀ ਇਹ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਜਿਹੜਾ ਹੋਣਾ, ਉਹ ਪੈਸੇ ਦੇ ਕੇ ਟਿਕਟ ਲੈ ਆਇਆ। ਸੋ ਉਹਨਾਂ ਦੀ ਪਾਰਟੀ ਦਾ ਉਹ ਸਿਸਟਮ ਜਾਣਨ ਮੈਨੂੰ ਤਾਂ ਵੱਧ ਨਹੀਂ ਪਤਾ। ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣੀਆਂ ਵਾ, ਮੈਨੂੰ ਜ਼ਿਆਦਾ ਅੰਦਰਲੀ ਤਾਂ ਗੱਲ ਪਤਾ ਨਹੀਂ ਵੀ ਕੀ ਹੋਇਆ। ਸੋ ਇਹ ਚੀਜ਼ਾਂ ਵਾ, ਆਉਣ ਵਾਲੇ ਸਮੇਂ 'ਚ ਕਲੈਰਿਟੀ ਹੋਊਗੀ ਵੀ ਕਿਵੇਂ ਹੋਇਆ। ਲੋਕ ਕੀ ਸੋਚਦੇ ਨੇ ਰੋਪੜ ਦੇ? ਲੋਕ ਕਾਂਗਰਸ ਨੂੰ ਜਿਤਾਉਣਗੇ ਇੱਥੋਂ, ਔਰ ਲੋਕ ਪਛਤਾ ਰਹੇ ਆ ਪਿਛਲੀ ਵਾਰ ਆਮ ਆਦਮੀ ਨੂੰ ਮੌਕਾ ਦੇ ਕੇ। 10 ਸਾਲ ਉਹਨਾਂ ਨੇ ਅਕਾਲੀ ਦਲ ਨੂੰ ਮੌਕਾ ਦਿੱਤਾ, ਔਰ ਇਹਨਾਂ ਦੀ ਕੋਈ ਇਹੋ ਜਿਹੀ ਕਾਰਗੁਜ਼ਾਰੀ ਨਹੀਂ ਆ ਜਿਹਦੇ ਕਰਕੇ ਲੋਕ ਇਹਨਾਂ ਨੂੰ ਬਹੁਤ ਕਿਤੇ ਐਕਸੈਪਟ ਕਰ ਲੈਣ। ਔਰ ਸ਼ਾਇਦ ਕੈਂਡੀਡੇਟ ਦਾ ਤਾਂ ਐਡਾ ਕੋਈ ਕੈਂਡੀਡੇਟ ਦਾ ਨਾਮ ਵੀ ਨਹੀਂ ਹੈਗਾ ਇੱਥੇ, ਉਹਨੂੰ ਕੋਈ ਜ਼ਿਆਦਾ ਲੋਕ ਜਾਣਦੇ ਵੀ ਨਹੀਂ। ਨੂਰਪੁਰ ਬੇਦੀ ਜ਼ਰੂਰ ਜਾਣਦੇ, ਲੇਕਿਨ ਇੱਥੇ ਕਿਸੇ ਨੂੰ ਜ਼ਿਆਦਾ ਪਤਾ ਨਹੀਂ ਆ। ਸੋ ਬੜਾ ਜ਼ਬਰਦਸਤ ਮੌਕਾ ਵਾ ਇੱਕ ਵਾਰ। ਮਤਲਬ ਮੈਂ ਕਹੂੰਗਾ ਜਦ ਤੱਕ ਇਲੈਕਸ਼ਨ ਨਾ ਹੋ ਜਾਏ ਉਦ ਤੱਕ ਇਹ ਸੋਚਣਾ ਨਹੀਂ ਚਾਹੀਦਾ, ਲੇਕਿਨ ਇੱਥੋਂ ਕਾਂਗਰਸ ਪਾਰਟੀ ਬਹੁਤ ਠੋਕ ਕੇ ਜਿੱਤੂਗੀ। ਢਿੱਲੋਂ ਸਾਹਿਬ, ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਖੜਕਾ ਦੜਕਾ ਚੱਲਦਾ ਰਿਹਾ, ਚਾਹੇ ਮੁੱਖ ਮੰਤਰੀ ਤੋਂ ਕੁਰਸੀ ਤੋਂ ਲੈ ਗਿਆ। ਹੁਣ ਬਿਕਰਮ ਮਜੀਠੀਆ ਦੇ ਖਿਲਾਫ ਨਵਜੋਤ ਸਿੰਘ ਸਿੱਧੂ
ਤੇ ਮਜੀਠੀਆ ਆਪਸ ਵਿੱਚ ਆਮੋ ਸਾਹਮਣੇ ਨੇ ਉੱਥੇ, ਕਿਵੇਂ ਦੇਖਦੇ ਹੋ ਇਸ ਮੁਕਾਬਲੇ ਨੂੰ? ਕੋਈ ਨਾ ਕੋਈ ਕਿਸੇ ਦੇ ਆਮਣੋ ਸਾਹਮਣੇ ਹੁੰਦਾ ਹੀ ਆ, ਕਿਸੇ ਨੇ ਕਿਸੇ ਦੇ ਆਮਣੋ ਸਾਹਮਣੇ ਹੋਣਾ, ਕਿਸੇ ਨੇ ਕਿਤੋਂ ਇਲੈਕਸ਼ਨ ਲੜਨੀ। ਰਾਜਨੀਤੀ ਆ, ਪਰਸਨੈਲਿਟੀਜ਼ ਆ, ਇਹ ਚੱਲਦਾ ਹੀ ਰਹੂਗਾ। ਪਤਾ ਚੱਲ ਜੂਗਾ ਉੱਥੇ ਰਿਜ਼ਲਟ ਦਾ ਕੀ ਹੋਊਗਾ, ਉਦੋਂ ਪਤਾ ਚੱਲ ਜੂਗਾ ਵੀ ਕਿਹਦੀ ਚੱਲੀ ਕਿਹਦੀ ਨਹੀਂ ਚੱਲੀ। ਅੱਜ ਬਿਆਨ ਦੇਣ ਦਾ ਕੀ ਫਾਇਦਾ। ਬੇਅਦਬੀ ਦਾ ਮੁੱਦਾ ਕਾਂਗਰਸ ਸਰਕਾਰ ਦੇ ਵਿੱਚ ਕਹਿੰਦੇ ਹੱਲ ਨਹੀਂ ਹੋਇਆ। ਦੇਖੋ, ਅਗਰ ਹੱਲ ਹੋਇਆ ਹੁੰਦਾ ਤਾਂ ਕੈਪਟਨ ਅਮਰਿੰਦਰ ਸਿੰਘ ਅੱਜ ਮੁੱਖ ਮੰਤਰੀ ਹੁੰਦੇ। ਹੱਲ ਨਹੀਂ ਹੋਇਆ ਤਾਂ ਹੀ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀਂ ਹੈ। ਬੇਸਿਕਲੀ ਬੇਅਦਬੀ ਦਾ ਇਹ ਮਤਲਬ ਆ ਵੀ ਜੋ ਇਹ ਕਹਿ ਰਹੇ ਆ ਵੀ ਜੋ ਇਹਨਾਂ ਦੀ ਇਹ ਜ਼ਬਾਨੀ ਆ ਵੀ ਬੇਅਦਬੀ ਦੇ ਅਸਲੀ ਦੋਸ਼ੀ ਕਿਤੇ ਨਾ ਕਿਤੇ ਸਭ ਨੂੰ ਇਹ ਲੱਗਦਾ ਵੀ ਬਾਦਲ ਸੀ। ਇਹ ਪੋਲੀਟੀਕਲ ਕਲਾਸ ਵੱਲੋਂ ਕਰਾਈ ਗਈ ਇੱਕ ਸਾਜ਼ਿਸ਼ ਸੀ ਜਿਹਦੇ ਕਰਕੇ ਉਹ ਧਿਆਨ ਭਟਕਾਉਣਾ ਚਾਹੁੰਦੇ ਸੀ। ਸੋ ਜਦ ਤੱਕ ਲੋਕਾਂ 'ਚ ਇੱਕ ਧਾਰਨਾ, ਲੋਕਾਂ 'ਚ ਵਿਸ਼ਵਾਸ ਆ, ਸੋ ਕਿਤੇ ਨਾ ਕਿਤੇ ਸ਼ਾਇਦ ਉਹਦੇ ਸਬੂਤ ਅੱਜ ਤੱਕ ਨਹੀਂ ਸਾਹਮਣੇ ਆਏ ਜਾਂ ਉਹਦੇ 'ਤੇ ਕਸਟੋਡੀਅਲ ਇੰਟੈਰੋਗੇਸ਼ਨਸ ਨਹੀਂ ਹੋਈਆਂ, ਜਿਹਦੇ ਕਰਕੇ ਲੋਕਾਂ ਨੂੰ ਇਹ ਲੱਗਦਾ ਵਾ। ਲੇਕਿਨ ਹਾਂ, ਅਗਰ ਹੱਲ ਹੋਇਆ ਹੁੰਦਾ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਇੱਥੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਹੁੰਦੇ। ਢਿੱਲੋਂ ਸਾਹਿਬ, ਕੇਜਰੀਵਾਲ ਕਹਿੰਦੇ ਨੇ ਇੱਕ ਮੌਕਾ ਮੈਨੂੰ ਦਿਓ। ਕੇਜਰੀਵਾਲ ਕੌਣ ਹੁੰਦਾ ਮੌਕਾ ਦੇਣ ਵਾਲਾ? ਕੇਜਰੀਵਾਲ ਦਾ ਪੰਜਾਬ 'ਚ ਸਟੇਕ ਕੀ ਆ? ਹੂ ਇਜ਼ ਕੇਜਰੀਵਾਲ ਇਨ ਪੰਜਾਬ ਪੋਲਿਟਿਕਸ? ਉਹ ਦਿੱਲੀ ਦੇ ਮੁੱਖ ਮੰਤਰੀ ਨੇ ਜੀ। ਦਿੱਲੀ ਦੇ ਕੱਲ੍ਹ ਸਾਡੇ ਭੁਪੇਸ਼ ਬਘੇਲ ਜੀ ਆਣਗੇ, ਉਹ ਕਹਿਣਗੇ ਮੈਨੂੰ ਇੱਕ ਮੌਕਾ ਦੇ ਦਿਓ, ਮੇਰੇ ਕਹਿਣ 'ਤੇ ਦੇ ਦਿਓ ਇੱਕ ਮੌਕਾ। ਕੱਲ੍ਹ ਨੂੰ ਰਾਹੁਲ ਜੀ ਸਾਡੇ ਆ ਕੇ ਕਹਿ ਦੇਣ ਵੀ ਮੇਰੇ ਕਹਿਣ 'ਤੇ ਇੱਕ ਮੌਕਾ ਦੇ ਦਿਓ। ਉਹ ਮਤਲਬ ਇਹ ਤਾਂ ਪੰਜਾਬ ਵਾਲੇ ਪੰਜਾਬ ਨੂੰ ਮੌਕਾ ਦੇਣਗੇ ਨਾ। ਉਹਨਾਂ ਨੂੰ ਕਿੱਥੇ ਕੇਜਰੀਵਾਲ ਨੂੰ ਮੌਕਾ ਕਿਹਾ? ਤਾਂ ਕੇਜਰੀਵਾਲ 5 ਸਾਲ ਇੱਥੇ ਪੋਲਿਟਿਕਸ ਕਰਦਾ ਰਿਹਾ ਹੋਵੇ ਹਾਰਨ ਤੋਂ ਬਾਅਦ। ਉਹ ਤਾਂ ਹਾਰਨ ਤੋਂ ਬਾਅਦ ਚਲਾ ਗਿਆ ਉੱਥੇ ਦਿੱਲੀ, ਅਤੇ ਜਿੱਤਣ ਤੋਂ ਬਾਅਦ ਕੀ ਉਹ ਇੱਥੇ ਬੈਠੂਗਾ? ਕੇਜਰੀਵਾਲ ਨੂੰ ਮੌਕਾ ਕਿਉਂ ਦੇਣ ਪੰਜਾਬ ਦੇ ਲੋਕ? ਪੰਜਾਬ ਦੇ ਲੋਕ ਕੇਜਰੀਵਾਲ ਨੂੰ ਕੀ ਉਹਨੇ ਪੰਜਾਬ 'ਚ ਕੋਈ ਧਰਮ ਯੁੱਧ ਮੋਰਚੇ ਲਾਏ ਆ? ਉਹਨੇ ਕੋਈ ਪੰਜਾਬ ਨੂੰ ਉਹਦੀ ਕੋਈ ਦੇਣ ਆ? ਪੰਜਾਬ ਦੇ ਵਿੱਚ ਉਹਦੀ ਕੋਈ ਕੰਟਰੀਬਿਊਸ਼ਨ ਆ? ਪੰਜਾਬ ਦੇ ਵਿੱਚ ਉਹਦੇ 20 MLA ਨੇ ਕੋਈ ਜ਼ਬਰਦਸਤ ਕੰਮ ਕੀਤਾ ਜਾਂ ਉਹਨਾਂ ਨੇ ਪੰਜਾਬ ਨੂੰ ਕੋਈ ਸੇਧ ਦਿੱਤੀ ਆ ਜਾਂ ਕੋਈ ਡਾਇਰੈਕਸ਼ਨ ਦਿੱਤੀ ਆ? ਦਿੱਲੀ ਤੋਂ ਉੱਠ ਕੇ ਤੂੰ ਦਿੱਲੀ ਦੀ ਪੋਲਿਟਿਕਸ ਕਰ ਰਿਹਾ, ਦਿੱਲੀ ਦੇ ਵਿੱਚ ਤੇਰੀ ਰਾਜਨੀਤੀ ਆ, ਤੂੰ ਪੰਜਾਬ ਨੂੰ ਆ ਕੇ ਕਿਵੇਂ ਗਾਈਡ ਕਰ ਲੇਗਾ? ਤੂੰ ਪੰਜਾਬ ਨੂੰ ਕੀ ਸੋਚਦਾ ਵੀ ਪੰਜਾਬ ਦੇ ਵਿੱਚ ਟੈਲੈਂਟ ਖਤਮ ਹੋ ਗਿਆ, ਪੰਜਾਬ ਦੇ ਵਿੱਚ ਲੀਡਰਸ਼ਿਪ ਖਤਮ ਹੋ ਗਈ ਆ, ਪੰਜਾਬ ਦੇ ਵਿੱਚ ਕੋਈ ਇਹਨਾਂ ਦੀ ਪਾਰਟੀ 'ਚ ਕ੍ਰਾਈਸਿਸ ਆ? ਕੇਜਰੀਵਾਲ ਕੌਣ ਹੁੰਦਾ ਮੌਕਾ ਮੰਗਣ ਵਾਲਾ? ਕੇਜਰੀਵਾਲ ਨੂੰ ਪੰਜਾਬ ਦੇ ਲੋਕ ਕਿਉਂ ਮੌਕਾ ਦੇਣ? ਫਿਰ ਦੇਸ਼ ਤੇ ਫਿਰ ਪ੍ਰਧਾਨ ਮੰਤਰੀ ਦੀ ਇਲੈਕਸ਼ਨ ਲੜ ਲਏ, ਉਦੋਂ ਮੰਗ ਲਏ ਮੌਕਾ ਜਦੋਂ ਸਾਰੇ। ਅੱਜ ਪੰਜਾਬ 'ਚ ਉਹਦਾ ਸਟੇਕ ਕੀ ਆ? ਪੰਜਾਬ ਨਾਲ ਉਹਦਾ ਰਿਸ਼ਤਾ ਕੀ ਆ? ਰਾਦਰ ਪੰਜਾਬ ਨਾਲ ਉਹਦਾ ਇੱਥੇ ਪੰਜਾਬ 'ਚ ਉਹਦਾ ਮਤਲਬ ਹੈ ਕੀ ਆ? ਇਹ ਤਾਂ ਕੋਈ ਗੱਲ ਨਹੀਂ ਨਾ। ਪੰਜਾਬ ਵਾਸਤੇ ਉਹਦੀ ਫੀਲਿੰਗਸ ਕੀ ਆ? ਜਿਹਨੂੰ ਪਰਾਲੀ ਦਾ ਧੂੰਆਂ ਇੱਥੇ ਲੱਗ ਕੇ ਉੱਥੇ ਜਾ ਕੇ ਪੋਲਿਊਸ਼ਨ ਲੱਗਦਾ ਹੋਵੇ, ਜਿਹਨੂੰ ਪਾਣੀਆਂ ਦੇ ਉੱਤੇ ਉਹਦਾ ਸਪਸ਼ਟ ਸਟੈਂਡ ਨਾ ਹੋਵੇ, ਇਹਦਾ ਪੰਜਾਬ ਨਾਲ ਕੋਈ ਇਮੋਸ਼ਨਲ ਕਨੈਕਟ ਨਾ ਹੋਵੇ, ਅੱਜ ਉਹ ਇੱਥੇ ਪੋਲਿਟਿਕਸ ਕਰਨ ਆਇਆ, ਪੋਲਿਟਿਕਸ ਕਰਕੇ ਵਾਪਸ ਚਲੇ ਜਾਊਗਾ। ਆਹ ਉਹਦੀ ਰਾਜਨੀਤੀ ਆ। ਔਰ ਇਸ ਤੋਂ ਇਲਾਵਾ ਮੈਨੂੰ ਤਾਂ ਹੀ ਮੈਂ ਕਹਿੰਦਾ ਲੋਕਾਂ ਨੇ ਉਹਨੂੰ ਮੌਕਾ ਕਿਉਂ ਦੇਣਗੇ? ਲੋਕੀ ਉਹਨੂੰ ਮੌਕਾ ਨਹੀਂ ਦੇਣਗੇ। ਔਰ ਅਗਰ ਜਿਹੜੇ ਕੋਈ ਸੋਚਦੇ ਆ ਨਾ ਉਹਨੂੰ ਮੌਕਾ ਦੇਣ ਦੀ, ਥੋੜ੍ਹਾ ਜਿਹਾ ਆਪਣੇ ਅੰਦਰ ਸੋਚਣ ਵਿਚਾਰਨ, ਇਹਨੂੰ ਕਿੱਥੇ ਦਿੱਲੀ ਜਾ ਕੇ ਲੱਭਿਆ ਕਰਨਗੇ? ਇਹਨੂੰ ਕੀ ਮਤਲਬ ਹੈ ਦਿੱਲੀ ਦੀ ਛੱਡ ਕੇ ਪੰਜਾਬ ਦੀ ਪੋਲਿਟਿਕਸ ਕਰਿਆ ਕਰੂਗਾ? ਨਹੀਂ ਵੀ ਕਰੂਗਾ। ਇਹ ਪੰਜਾਬ ਦਿੱਲੀ ਵਾਲੀ ਨੀਤੀਆਂ ਇੱਥੇ ਲਾਗੂ ਕਰੂਗਾ? ਇਹਦੇ ਆਪਣੇ ਸਟੈਂਡ ਸਪਸ਼ਟ ਕਰੇ, ਆਪਣੀ ਗੱਲ ਕਲੀਅਰ ਕਰੇ। ਪੰਜਾਬ ਵਾਸਤੇ ਇਹਦਾ ਕਨੈਕਟ ਕੀ ਆ ਪੰਜਾਬ ਵਾਸਤੇ? ਇਹ ਤਾਂ ਐਵੇਂ ਗੱਲਾਂ ਹੀ ਆ। ਦਿੱਲੀ ਦਾ ਮਾਡਲ ਦੀ ਉਹ ਗੱਲ ਕਰਦੇ ਆ, ਅਸੀਂ ਕਹਿੰਦੇ ਹਸਪਤਾਲ ਬਹੁਤ ਵਧੀਆ ਬਣਾਤੇ, ਸਕੂਲ ਬਣਾਤੇ, ਅਸੀਂ ਲੋਕਾਂ ਨੂੰ ਬਹੁਤ ਰੁਜ਼ਗਾਰ ਦਿੱਤਾ। ਇੱਥੇ ਉਹ ਗਰੰਟੀਆਂ ਵੀ ਦਿੰਦੇ ਨੇ ਵੱਡੀਆਂ ਵੱਡੀਆਂ। ਇਹ ਤਾਂ ਉਹ ਕਹਿੰਦੇ ਆ ਨਾ, ਇਹ ਤਾਂ ਉਹਨਾਂ ਦੀਆਂ ਗਰੰਟੀਆਂ ਵਾ ਨਾ, ਉਹਨਾਂ ਦੀ ਜ਼ਬਾਨੀ ਆ। ਅਗਰ ਉਹਨਾਂ ਦੀ ਉੱਥੇ ਇਲੈਕਸ਼ਨ ਸਰਕਾਰ ਰਿਪੀਟ ਹੋ ਗਈ, ਉਹਦੇ ਹੋਰ ਬਹੁਤ ਕਾਰਨ ਸੀ। ਇਹਦੇ ਅੰਦਰ ਉਹ ਦਿੱਲੀ ਵਿੱਚ ਹੁਣ ਸਾਡੇ ਭੁਪੇਸ਼ ਬਘੇਲ ਜੀ ਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ, ਉਹ ਛੱਤੀਸਗੜ੍ਹ 'ਚ ਬਹੁਤ ਜ਼ਬਰਦਸਤ ਕੰਮ ਕਰ ਰਿਹਾ। ਅਸ਼ੋਕ ਗਹਿਲੋਤ ਜੀ ਰਾਜਸਥਾਨ 'ਚ ਕੰਮ ਕਰ ਰਿਹਾ, ਅਤੇ ਅਸੀਂ ਕੀ ਕਹੀਏ? ਉਹ ਰਾਜਸਥਾਨ 'ਚ ਬਹੁਤ ਵਧੀਆ ਕੰਮ ਕਰ ਰਹੇ, ਹੁਣ ਇੱਥੇ ਵੀ ਮੌਕਾ ਦੇ ਦਿਓ। ਇਹ ਤਾਂ ਕੋਈ ਸਟਾਈਲ ਆਫ ਪੋਲਿਟਿਕਸ ਨਾ ਹੋਇਆ ਨਾ ਵੀ ਤੁਸੀਂ ਦਿੱਲੀ 'ਚ ਜੋ ਕੰਮ ਕੀਤਾ ਦਿੱਲੀ ਦੀ ਲੋੜ ਦੇ ਹਿਸਾਬ ਨਾਲ ਕੀਤਾ, ਦਿੱਲੀ ਜੋ ਫਾਈਨੈਂਸ਼ੀਅਲ ਬਜਟ ਸੀ ਉਹਦੇ ਹਿਸਾਬ ਨਾਲ ਕੀਤਾ। ਪੰਜਾਬ ਦੇ ਵਿੱਚ ਜੋ ਕ੍ਰਾਈਸਿਸ ਆ, ਜੋ ਬਜਟ ਐਲੋਕੇਸ਼ਨਸ ਆ, ਜੋ ਸਿਸਟਮ ਆ, ਉਹ ਇੱਥੇ ਡਿਫਰੈਂਟ ਆ। ਪੰਜਾਬ ਦੀ ਨੀਡਸ ਡਿਫਰੈਂਟ ਆ, ਪੰਜਾਬ ਦੀ ਸੋਚ ਡਿਫਰੈਂਟ ਆ, ਪੰਜਾਬ ਦੇ ਮੁੱਦੇ ਡਿਫਰੈਂਟ ਆ। ਤੁਹਾਡੀ ਇੰਟੈਂਸ਼ਨ ਦਿੱਲੀ ਦੇ ਵਿੱਚ, ਤੁਸੀਂ ਦਿੱਲੀ ਦੇ ਵਿੱਚ ਤੁਹਾਡੇ 'ਤੇ ਕਰਪਸ਼ਨ ਦੀ ਐਲੀਗੇਸ਼ਨਸ ਲੱਗੀਆਂ, ਦਿੱਲੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪਾਕ ਸਾਫ਼ ਨਹੀਂ ਕਰ ਸਕੇ, ਤੁਸੀਂ ਇੱਕ ਮਹਿਲਾ ਮੰਤਰੀ ਨਹੀਂ ਲਿੱਤੀ, ਤੁਸੀਂ ਉੱਥੇ ਕਈ ਚੀਜ਼ਾਂ ਨਹੀਂ ਕੀਤੀਆਂ। ਤੁਸੀਂ ਇੱਕ ਸਕੂਲ ਹਸਪੀਟਲ, ਕਿਹੜਾ ਅੱਜ ਕੱਲ੍ਹ ਤੱਕ ਨਵਾਂ ਹਸਪੀਟਲ ਬਣਾਇਆ? ਮੈਨੂੰ ਦੱਸੋ ਨਾ ਇੱਕ ਨਵਾਂ ਕਾਲਜ ਬਣਾਇਆ ਹੋਵੇ? ਇਹ ਤਾਂ ਐਵੇਂ ਬਸ ਗੱਲਾਂ ਕਰਦੇ ਆ। ਦਿੱਲੀ ਦੇ ਵਿੱਚ ਤਾਂ ਆਲਰੇਡੀ ਇਨਫਰਾਸਟਰਕਚਰ ਏਡਾ ਜ਼ਬਰਦਸਤ ਆ। ਦਿੱਲੀ ਦੇ ਵਿੱਚ ਮੈਟਰੋ ਤਾਂ ਦੇਸ਼ ਦੀ ਰਾਜਧਾਨੀ ਆ ਉਹ, ਉੱਥੇ ਵਰਲਡ ਕਲਾਸ ਇਨਫਰਾਸਟਰਕਚਰ ਆ। ਉੱਥੇ ਅੱਜ ਤੱਕ ਇਹਨਾਂ ਪੀਣ ਦੇ ਪਾਣੀ ਦੀ ਗੱਲ, ਟੈਂਕਰ ਲਾ ਲੋਕ ਪਾਣੀ ਪੀਂਦੇ ਆ। ਉਹਦਾ ਇੱਥੋਂ ਹਾਲੇ ਦਿੱਲੀ ਦੇ ਬਾਹਰ ਐਡਾ ਵੱਡਾ ਕੂੜੇ ਦਾ ਇੱਕ ਢੇਰ ਆ, ਉਹ ਅੱਜ ਤੱਕ ਇੱਥੋਂ ਸਾਫ਼ ਨਾ ਹੋਇਆ। ਯਮਨਾ ਦੀ ਗੱਲ ਕਰਦਾ ਸੀ, ਉਹ ਅੱਜ ਤੱਕ ਇੱਥੋਂ ਸਾਫ਼ ਨਾ ਹੋਈ। ਰੁਜ਼ਗਾਰ ਦੀ ਗੱਲ ਕਰਦਾ ਵਾ, ਉਹ ਅੱਜ ਤੱਕ ਉੱਥੇ 4 ਰੁਜ਼ਗਾਰ ਦਿੱਤੇ ਇਹਨੇ। ਸੋ ਫਿਰ ਐਵੇਂ ਗੱਲਾਂ ਕਰਨ ਖਾਤਰ ਨਾ ਗੱਲਾਂ ਕਰੇ ਨਾ। ਉਹ ਕਹਿੰਦੇ ਬਿਜਲੀ ਬੜੀ ਉੱਥੇ ਸਸਤੀ ਆ, ਅਤੇ ਬਿਜਲੀ ਇਹ ਤੋਂ ਸਸਤੀ ਪੰਜਾਬ ਤੋਂ ਸਸਤੀ ਹੋ ਸਕਦੀ ਕਿਤੇ? ਬਿਜਲੀ ਸਸਤੀ ਕਰਨਾ ਕੋਈ ਸਾਡੀ ਸਰਕਾਰ ਨੇ ਵੀ ਸਸਤੀ ਕਰਤੀ। ਬਿਜਲੀ ਸਸਤੀ ਕਰਨਾ ਇੱਕ ਡਿਫਰੈਂਟ ਗੱਲ ਆ। ਬਿਜਲੀ ਪ੍ਰੋਡਿਊਸ
ਕਿੰਨੀ ਕਰ ਰਹੇ ਹੋ, ਬਿਜਲੀ ਤੋਂ ਤੁਸੀਂ ਆਪਣੇ EMPLOYEES ਨੂੰ ਤਨਖਾਹ ਦੇ ਪਾ ਰਹੇ ਹੋ ਕਿ ਨਹੀਂ ਦੇ ਪਾ ਰਹੇ, ਇਹ ਤਾਂ ਐਵੇਂ ਗੱਲਾਂ ਵਾ ਨਾ। ਬਿਜਲੀ ਸਸਤੀ ਕਰਤੀ, ਤੇਲ ਸਸਤਾ ਕਰਤਾ, ਸਾਡੇ ਵਾਲਿਆਂ ਨੇ ਵੀ ਕਰਤਾ, ਸਾਰਿਆਂ ਨੇ ਕਰਤਾ। ਸਸਤਾ ਕਰਨਾ ਤਾਂ ਇੱਕ ਸੌਖਾ ਕੰਮ ਆ। ਉਹ ਕਹਿੰਦੇ ਮੈਂ ਨੌਕਰੀਆਂ ਬਹੁਤ ਦਿੱਤੀਆਂ ਉੱਥੇ ਦਿੱਲੀ। ਕਿੱਥੇ ਦਿੱਤੀਆਂ? ਉਹਦੇ ਕਹਿਣ ਨਾਲ ਕੀ ਹੁੰਦਾ? ਤੁਸੀਂ ਜਾ ਕੇ ਆਪ ਇੰਟਰਵਿਊ ਕਰਕੇ ਚੈੱਕ ਕਰ ਲਓ ਨੌਜਵਾਨਾਂ ਤੋਂ। ਅੱਜ ਤੱਕ ਮੈਨੂੰ ਦੱਸਣ ਉਹਨਾਂ ਦੀ ਸਰਕਾਰ ਨੇ ਕਿਹੜੇ ਰੁਜ਼ਗਾਰ ਦੇ ਮੌਕੇ ਆਪਣਾ ਕੀ ਕਹਿੰਦੇ ਉਹ ਕੀਤੇ। ਉੱਥੇ ਨਾ ਤੁਸੀਂ ਵੇਖੋਗੇ, ਦਿੱਲੀ ਜਾਓਗੇ, ਇੱਕ ਬੰਦੇ ਆਏ ਸੜਕਾਂ ਦੇ ਉੱਤੇ ਟ੍ਰੈਫਿਕ ਉਹ ਲੈ ਕੇ ਖੜੇ ਹੁੰਦੇ ਆ, ਨੋ ਪੋਲਿਊਸ਼ਨ ਨੋ ਹੌਰਨਸ। ਉਹਨਾਂ ਨੂੰ ਉਹ ਸ਼ਾਇਦ ਕੁਝ ਦਿੰਦੇ ਆ, ਕੁਝ ਰੁਪਈਏ ਦਿੰਦੇ ਆ, ਜਾਂ ਕੁਝ ਮਹੀਨੇ ਦੇ ਕੁਝ ਰੁਪਈਏ ਦਿੰਦੇ ਆ। ਉਹ ਇਹਨਾਂ ਦੇ ਆਪ ਦੇ ਪਾਰਟੀ ਵਾਲੇ ਹੁੰਦੇ। ਆਹ ਰੁਜ਼ਗਾਰ ਪੈਦਾ ਕੀਤਾ ਉਹਨੇ ਉੱਥੇ। ਇਹਨੂੰ ਰੁਜ਼ਗਾਰ ਕਵਾਂਗੇ? ਜਦ ਤੱਕ ਤੁਸੀਂ ਬੰਦਿਆਂ ਨੂੰ ਉਹਨਾਂ ਦੀ ਸ਼ਮਤਾ ਦੇ ਹਿਸਾਬ ਨਾਲ ਰੁਜ਼ਗਾਰ ਨਾ ਦਿਓ, ਉਹ ਰੁਜ਼ਗਾਰ ਨਹੀਂ ਮੰਨਿਆ ਜਾ ਸਕਦਾ। ਤੁਹਾਡੇ ਕਿਹੜਾ ਕੈਪਟਨ ਸਾਹਿਬ ਨੇ ਕੋਈ ਰੁਜ਼ਗਾਰ ਦਿੱਤਾ? ਤੇ ਫਿਰ ਕੈਪਟਨ ਸਾਹਿਬ ਲਾਤੇ ਨਾ। ਜਾਂ ਤਾਂ ਅਸੀਂ ਕੈਪਟਨ ਸਾਹਿਬ ਰੱਖੇ ਹੁੰਦੇ ਤਾਂ ਅਸੀਂ ਮੰਨਦੇ ਵੀ ਹਾਂ, ਅਸੀਂ ਮੰਨਦੇ, ਅਸੀਂ ਤਾਂ ਆਪ ਮੰਨਦੇ ਹਾਂ ਵੀ ਕੈਪਟਨ ਸਾਹਿਬ ਨੇ ਨਹੀਂ ਦਿੱਤਾ ਰੁਜ਼ਗਾਰ, ਤਾਂ ਹੀ ਲਾਏ। ਜੇ ਰੁਜ਼ਗਾਰ ਦਿੱਤਾ ਹੁੰਦਾ ਤਾਂ ਨਾ ਲਾਉਂਦੇ। ਕੈਪਟਨ ਸਾਹਿਬ ਬਾਦਲਾਂ ਨਾਲ ਮਿਲੇ ਹੋਏ ਸੀ? ਇਹ ਮੈਨੂੰ ਕੀ ਪਤਾ ਇਹਦੇ ਬਾਰੇ। ਕਹਿੰਦੇ ਤਾਂ ਇਹੀ ਆ, ਸਾਰੇ ਮਿਲੇ ਹੋਏ ਸੀ। ਜੋ ਹਾਲਾਤ ਆ ਤੇ ਲੱਗਦਾ ਹੀ ਆ। ਹੁਣ ਬਾਦਲਾਂ ਦੀ ਬੱਸਾਂ ਅਗਰ ਕੋਈ ਮੰਤਰੀ ਆ ਕੇ ਬੰਦ ਕਰ ਸਕਦਾ, ਜਾਂ ਬਾਦਲਾਂ ਦੇ ਉੱਤੇ ਕੋਈ ਕਾਰਵਾਈ ਕਰ ਸਕਦਾ, ਜਾਂ ਬਾਦਲਾਂ ਦੀ, ਮੈਂ ਇਹ ਕਹੂੰਗਾ ਵੀ ਜਿਸ ਤਰੀਕੇ ਨਾਲ ਉਹਨਾਂ ਨੇ 10 ਸਾਲ ਜਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਿਆ ਵਾ, ਉਹ ਅੱਜ ਤੱਕ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ, ਅੱਜ ਤੱਕ ਉਹਨਾਂ ਦੇ ਕੋਈ ਐਕਸ਼ਨ ਨਹੀਂ, ਅੱਜ ਤੱਕ ਉਹਨਾਂ ਦੀ ਕੋਈ ਗੱਲਬਾਤ ਨਹੀਂ। ਆ ਕੇ ਉਹ ਸ਼ਰੇਆਮ ਤੁਹਾਨੂੰ ਧਮਕੀਆਂ ਦੇਈ ਜਾਣ ਵੀ ਤੇਰੇ ਲਾਲ ਡਾਇਰੀਆਂ 'ਚ ਨਾਮ ਲਿਖ ਰਹੇ ਆ। ਆਹ ਕੋਈ ਤਰੀਕੇ ਆ? ਉਹ ਮਤਲਬ ਦਬਕੇ ਮਾਰਦੇ ਸੀ, ਸ਼ਰੇਆਮ ਬਦਮਾਸ਼ੀ ਕਰਦੇ, SSPਆਂ ਨੂੰ ਫੋਨ ਲਾ ਕੇ ਸਿੱਧਾ ਧਮਕਾਉਂਦੇ ਸੀ। ਔਰ ਤੁਸੀਂ ਉਹਨਾਂ ਨੂੰ ਇਹ ਚੀਜ਼ਾਂ ਨੂੰ ਅਲਾਓ ਕਰੋ, ਤੁਸੀਂ ਉਹਨਾਂ ਦੀ ਗੁੰਡਾਗਰਦੀ ਨੂੰ ਅਲਾਓ ਕਰੋ, ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਅਲਾਓ ਕਰੋ, ਤੇ ਫਿਰ ਸਭ ਦੇ ਮਨ ਦੇ ਵਿੱਚ ਸ਼ੰਕਾ ਤਾਂ ਪੈਦਾ ਹੋ ਹੀ ਜਾਂਦੀ ਹੈ। ਢਿੱਲੋਂ ਸਾਹਿਬ, ਤੁਸੀਂ ਬੱਸਾਂ ਦੀ ਗੱਲ ਕੀਤੀ ਹੈ, ਦਿੱਲੀ ਜਾ ਕੇ ਤੁਸੀਂ ਵੀ ਬੜਿੰਗਣਾ ਧਰਨਾ ਦੇ ਕੇ ਆਏ ਸੀ। ਹਾਂਜੀ। ਬੱਸਾਂ ਜਾਣ ਲੱਗ ਗਈਆਂ ਦਿੱਲੀ ਹੁਣ? ਨਹੀਂ, ਉਹਦੇ ਕੇਜਰੀਵਾਲ ਤਾਂ ਇੱਕ ਮਖੌਟੀਆ ਡਰਾਮੇਬਾਜ਼ ਬੰਦਾ। ਉਹਨੇ ਕਿੱਥੇ ਲਾਣ ਦੇਣਾ? ਉਹਦੇ ਨਾਲ ਤਾਂ ਹਰ ਚੀਜ਼ ਦੇ ਉਹਨੇ ਮਤਲਬ ਉਹਦੀ ਰਾਜਨੀਤੀ ਜਿਹੜੀ ਆ, ਅਗਰ ਤੁਸੀਂ ਵੇਖੋਗੇ, ਪਹਿਲੋਂ ਅੰਨਾ ਹਜ਼ਾਰੇ ਸੀ, ਉਹਦੇ ਮੋਢਿਆਂ 'ਤੇ ਚੜ੍ਹਿਆ। ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਦੇ ਮੋਢਿਆਂ 'ਤੇ ਚੜ੍ਹਿਆ, ਉਹ ਪਾਸੇ ਕਰਤੇ। ਅੰਨਾ ਹਜ਼ਾਰੇ ਪਾਸੇ ਕਰਤਾ, ਕਿਰਨ ਬੇਦੀ ਪਾਸੇ ਕਰਤੀ, ਸੁੱਚਾ ਸਿੰਘ ਛੋਟੇਪੁਰ ਪਾਸੇ ਕਰਤਾ, ਸੁਖਪਾਲ ਖਹਿਰਾ ਪਾਸੇ ਕਰਤਾ। ਤੁਸੀਂ ਲੀਡਰਾਂ ਦੇ ਨਾਮ ਲਓ, ਸਾਰੇ ਪਾਸੇ। ਪਤਾ ਲੈ ਦੇ ਕੇ ਅਖੀਰਲੀ ਚੋਇਸ ਉਹਨਾਂ ਕੋਲ ਭਗਵੰਤ ਮਾਨ ਸੀ। ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਨਹੀਂ ਬਣਾਉਣਾ ਚਾਹੁੰਦਾ ਸੀ, ਸਾਰਿਆਂ ਨੂੰ ਪਤਾ। ਅਗਰ ਅਨਾਊਂਸ ਕਰਨਾ ਹੁੰਦਾ ਤਾਂ ਰਾਜੇਵਾਲ ਨਾਲ ਗੱਲਾਂ ਨਾ ਕਰਦਾ। ਉਹਨੇ ਤਾਂ ਹਰੇਕ ਬੰਦੇ ਨਾਲ ਗੱਲ ਕੀਤੀ, ਹਰੇਕ ਬੰਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮੈਂ ਇਹ ਕਰਨਾ, ਕਿਉਂਕਿ ਉਹ ਬਰਦਾਸ਼ਤ ਹੀ ਨਹੀਂ ਕਰ ਸਕਦਾ। ਉਹਦਾ ਮੋਦੀ ਦਾ ਇੱਕ ਮਿੰਨੀ ਮਾਡਲ ਆ, ਜਿਵੇਂ ਦਾ ਮੋਦੀ ਆ ਉਹਦਾ ਛੋਟਾ ਮੋਦੀ ਆ। ਉਹ ਅਰਵਿੰਦ ਕੇਜਰੀਵਾਲ ਛੋਟਾ ਮੋਦੀ ਆ। ਉਹਦੀ ਹਰ ਸੋਚ, ਹਰ ਚੀਜ਼ ਮੋਦੀ ਨਾਲ ਰਲਦੀ ਆ। ਡਿਕਟੇਟਰ ਸਟਾਈਲ ਨਾਲ ਪੋਲਿਟਿਕਸ ਕਰਦਾ। ਐਡ ਉਹ ਕਰਦੇ ਆ, ਐਡ ਇਹ ਕਰਦਾ। ਫੇਸਬੁੱਕ 'ਤੇ ਉਹ ਰਹਿੰਦੇ ਆ, ਫੇਸਬੁੱਕ 'ਤੇ ਇਹ ਰਹਿੰਦਾ। ਆ ਕੇ ਭਾਸ਼ਣ ਦੇ ਕੇ, ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦਾ। ਸੋ ਕੇਜਰੀਵਾਲ ਨੂੰ ਤੁਸੀਂ NRC CA ਦੇ ਵਿੱਚ ਹੋਰ ਸਾਬਤ ਹੋ ਗਿਆ। ਤੁਸੀਂ ਵੇਖੋ, ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੇ ਬੰਦੇ ਨੂੰ ਜੰਮੂ ਕਸ਼ਮੀਰ ਦੇ ਉੱਤੇ ਅੱਜ ਤੱਕ ਨਹੀਂ ਬੋਲਿਆ। NRC CA ਦਾ ਧਰਨਾ ਲੱਗਾ ਹੋਵੇ ਦਿੱਲੀ 'ਚ, ਕਿਸਾਨੀ ਅੰਦੋਲਨ 'ਚ, ਤਾਂ ਕਹਿੰਦਾ ਮੈਂ 2 ਵਾਰ ਜਾ ਆਇਆ। NRC CA ਦੇ ਧਰਨੇ 'ਚ ਇੱਕ ਵਾਰ ਵੀ ਕਿਉਂ ਨਹੀਂ ਗਿਆ? ਦਿੱਲੀ 'ਚ ਇਲੈਕਸ਼ਨ ਸੀ ਤਾਂ ਨਹੀਂ ਗਿਆ ਨਾ, ਕਿਉਂਕਿ ਸਮੁਦਾਇ ਨੇ ਇੱਕ ਨੂੰ ਐਡਰੈਸ ਕਰਨਾ ਚਾਹੁੰਦਾ ਸੀ। ਵੋਟ ਬੈਂਕ ਪੋਲਿਟਿਕਸ ਕਰਦਾ ਜੋ ਮੋਦੀ ਕਰਦਾ, ਔਰ ਉਹੀ ਇਹਦਾ ਸਟਾਈਲ ਆ। ਪੰਜਾਬ 'ਚ ਕਿਸਾਨ ਚੋਣਾਂ ਲੜ ਰਹੇ ਨੇ, 22 ਕਿਸਾਨ ਜਥੇਬੰਦੀਆਂ। ਤੁਸੀਂ ਵੀ ਕਿਸਾਨ ਅੰਦੋਲਨ ਦੇ ਵਿੱਚ ਭੂਮਿਕਾ ਨਿਭਾ ਕੇ ਆਏ ਸੀ, ਕਾਫੀ ਤੁਹਾਡੀ ਵੀ ਚਰਚਾ ਹੁੰਦੀ ਰਹੀ ਸੀ। ਕਿਵੇਂ ਦੇਖਦੇ ਹੋ ਕਿਸਾਨਾਂ ਦੇ ਇਸ ਚੋਣ ਨੂੰ? ਦੇਖੋ, ਉਹ ਅੰਦੋਲਨ ਦੇ ਵਿੱਚ ਅਗਰ ਕੋਈ ਕਵੇ ਮੈਂ ਉਹਦਾ ਸਿਆਸੀ ਲਾਭ ਲੈਣਾ ਵਾ, ਉਹ ਗਲਤ ਆ। ਤੁਸੀਂ ਉਹ ਅੰਦੋਲਨ ਦੇ ਵਿੱਚ ਸਾਰੇ ਉਦੋਂ ਲੀਡਰਾਂ ਨੂੰ ਪਰਹੇਜ਼ ਸੀ ਨਾ, ਤੁਹਾਨੂੰ ਇਹ ਸਿਸਟਮ ਤੋਂ ਪਰਹੇਜ਼ ਸੀ। ਅੱਜ ਤੁਸੀਂ ਲਿਆ ਕੇ ਅੱਜ ਕਿਸਾਨਾਂ ਨੂੰ ਵੋਟਾਂ ਨਹੀਂ ਪੈਣਗੀਆਂ ਤਾਂ ਮੈਸੇਜ ਕੀ ਜਾਊਗਾ? ਮਤਲਬ, ਔਰ ਇਸ ਕਰਕੇ ਲੋਕੀ ਵੀ ਸਮਝਦਾਰ ਆ। ਲੋਕੀ ਕਿਸਾਨੀ ਕਰਕੇ ਉਹਨਾਂ ਦੇ ਨਾਲ ਸੀ, ਰਾਜਨੀਤੀ ਕਰਕੇ ਉਹਨਾਂ ਦੇ ਨਾਲ ਥੋੜ੍ਹਾ ਸੀ। ਉਹ ਤਾਂ ਲੋਕੀ ਤਾਂ ਕਹਿੰਦੇ ਸੀ ਭਾਈ ਕਿਸਾਨੀ ਦੇ ਕਰਕੇ, ਉਸ ਮੁੱਦੇ ਕਰਕੇ ਤੁਹਾਡੇ ਨਾਲ ਆ। ਅਸੀਂ ਵੀ ਨਾਲ ਸੀ, ਅਸੀਂ ਵੀ ਕੰਟਰੀਬਿਊਟ ਕਰਨਾ ਸੀ। ਉਦੋਂ ਉਹਨਾਂ ਨੇ ਸਟੇਜ ਸਾਂਭੀ ਸੀ, ਅਸੀਂ ਥੱਲੇ ਲੈ ਕੇ ਰਾਜੀ ਸੀ। ਅਸੀਂ ਲੰਗਰ ਉੱਥੇ ਲਾਇਆ, ਅਸੀਂ ਧਰਨੇ ਦੀ ਥਾਂ 'ਤੇ ਧਰਨੇ ਲਾਏ, ਅਸੀਂ ਉੱਥੇ ਜਾਣ ਦੀ ਥਾਂ 'ਤੇ ਜਾਣ ਗਏ, ਅਸੀਂ ਪਿੱਛੇ ਬੈਠੇ, ਜੋ ਕੰਟਰੀਬਿਊਟ ਕਰ ਸਕਦੇ ਸੀ ਕੀਤਾ। ਲੇਕਿਨ ਇਹ ਚੀਜ਼ਾਂ ਨਾ, ਉਹ ਇਸ ਚੀਜ਼ ਨੂੰ, ਸ਼ਾਇਦ ਉਸ ਇਕੱਠ ਨੂੰ ਉਹ ਆਪਣੀ ਤਾਕਤ ਸਮਝਣ ਲੱਗ ਪਏ। ਉਹਨਾਂ ਦੀ ਤਾਕਤ ਨਹੀਂ ਸੀ, ਉਹ ਕਿਸਾਨ ਲੀਡਰਾਂ ਦੀ ਤਾਕਤ ਨਹੀਂ ਸੀ, ਉਹ ਪੰਜਾਬ ਦਾ ਸੈਂਟੀਮੈਂਟ ਸੀ। ਉਸ ਸੈਂਟੀਮੈਂਟ ਨੂੰ ਆਪਾਂ ਨੂੰ ਐਡਰੈਸ ਕਰਨਾ ਚਾਹੀਦਾ। ਉਹ ਸੈਂਟੀਮੈਂਟ, ਉਹ ਇਸ਼ੂ ਬੇਸਡ ਤਾਕਤ ਸੀ। ਇਹਨਾਂ ਨੇ ਸੋਚ ਲਿਆ ਸ਼ਾਇਦ ਅਸੀਂ ਇਸ ਚੀਜ਼ ਨਾਲ ਪੋਲੀਟੀਕਲ ਸਿਸਟਮ ਕੈਪਚਰ ਕਰ ਲਾਂਗੇ, ਮਨ 'ਚ ਲਾਲਚ ਆ ਗਿਆ। ਸੋ ਇਹ ਨਹੀਂ ਆਉਣਾ ਚਾਹੀਦਾ ਸੀ। ਢਿੱਲੋਂ ਸਾਹਿਬ, ਮੋਦੀ ਮਾਡਲ ਨੂੰ ਕਿਵੇਂ ਦੇਖਦੇ ਹੋ? ਉਹ ਕਹਿੰਦੇ ਜੀ ਅਸੀਂ ਪੰਜਾਬ 'ਚ ਵੀ BJP ਵਾਲੇ ਕਹਿੰਦੇ ਸੀ ਮੋਦੀ ਮਾਡਲ ਲਾਗੂ ਕਰਨਾ। ਇਹ ਹੁਣ ਮਾਡਲਾਂ ਦੀ ਰਾਜਨੀਤੀ ਬੜੀ ਚੱਲ ਪਈ।
ਦੇਖੋ ਬੀਜੇਪੀ ਦਾ ਆਪਣਾ ਤਰੀਕਾ ਵਾ, ਲੇਕਿਨ ਤੁਸੀਂ ਆਪ ਸੋਚੋ ਬੀਜੇਪੀ ਦੀ ਕੀ ਸੋਚ ਆ, ਆਪਾਂ ਸਭ ਨੂੰ ਪਤਾ। ਬੀਜੇਪੀ ਇੱਕ ਮੈਜੋਰਿਟੇਰੀਅਨ ਪੋਲਿਟਿਕਸ ਕਰਦੀ ਆ ਔਰ ਇੱਕ ਹਿੱਸੇ ਨੂੰ ਉਹ ਬਿਲਕੁਲ ਨਕਾਰ ਦਿੰਦੀ ਆ। ਉਹ ਇਹ ਨਹੀਂ ਆ ਵੀ ਉਹ ਕਿਸੇ ਸਮਾਜ ਦੀ, ਉਹ ਦੇਖਦੀ ਵੀ ਮੈਜੋਰਿਟੀ ਜਿਹੜੇ ਬੰਦੇ ਆ ਇਹਨਾਂ ਨੂੰ ਬਸ ਐਡਰੈਸ ਕਰੋ, ਇਹਨਾਂ ਦੇ ਇਸ਼ੂਜ਼, ਬਾਕੀ ਨਕਾਰ ਦਿਓ। ਮਿਨੋਰਿਟੀ ਔਰ ਮੈਜੋਰਿਟੀ ਇਹੀ ਹੁੰਦੀ ਨਾ, ਆਪਾਂ ਉਹਨੂੰ ਐ ਨਾ ਵੇਖੀਏ ਮੈਜੋਰਿਟੀ ਆ ਜਿਹੜਾ ਮੇਜਰ ਸ਼ੇਅਰ ਆ, ਮਿਨੋਰਿਟੀ ਆ ਜਿਹੜਾ ਮਾਈਨਰ ਸ਼ੇਅਰ ਆ। ਉਹਦੇ ਵਿੱਚ ਜਿਹੜਾ ਰਿਲੀਜਨ ਮੇਜਰ ਹੋ ਗਿਆ, ਅਗਰ ਕੱਲ੍ਹ ਨੂੰ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਵੱਧ ਹੋ ਜੂਗੀ, ਇਹ ਮੁਸਲਮਾਨਾਂ ਦੇ ਹੱਕ ਵਿੱਚ ਹੋ ਜਾਣਗੇ। ਇਹ ਤਾਂ ਆਪਣੀ ਪੋਲੀਟਿਕਸ ਮੈਜੋਰਿਟੀ ਔਰ ਮਿਨੋਰਿਟੀ ਦੇ ਪ੍ਰਿੰਸੀਪਲ 'ਤੇ ਕਰਦੇ ਆ। ਸੋ ਇਹ ਪੰਜਾਬ ਦੇ ਵਿੱਚ ਇਹ ਚੀਜ਼ ਕਦੀ ਵੀ ਅੱਜ ਤੱਕ ਇਸ ਚੀਜ਼ ਨੂੰ ਕਦੇ ਐਕਸੈਪਟ ਹੀ ਨਹੀਂ ਕੀਤਾ। ਪੰਜਾਬ ਦੇ ਵਿੱਚ ਰਾਦਾ ਅਗਰ ਕੋਈ ਇੱਥੇ ਅਗਰ ਸਿੱਖ ਡੋਮੀਨੇਟਡ ਸਟੇਟ ਆ, ਇੱਥੇ ਹਿੰਦੂਜ਼ ਜ਼ਿਆਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ। ਕਿਉਂਕਿ ਸਿੱਖ ਭਾਈਚਾਰੇ ਔਰ ਹਿੰਦੂ ਭਾਈਚਾਰੇ ਦੀ ਇੱਕ ਬੜੀ ਵੱਖਰੀ ਸਾਂਝ ਆ। ਇੱਥੇ ਸਿਖਾਇਆ ਜਾਂਦਾ। ਤੁਸੀਂ ਇੱਥੋਂ ਦੇ ਜਿਹੜਾ ਆਪਣਾ ਹਿੰਦੂ ਸਮਾਜ ਆ, ਤੁਸੀਂ ਉਹਨਾਂ ਨੂੰ ਕਦੀ ਵੀ ਗੱਲ ਕਰਕੇ ਵੇਖੋ, ਅਗਰ ਤੁਸੀਂ ਇਸ ਬੇਸਿਸ ਦੇ ਉੱਤੇ ਗੱਲ ਕਰਨੀ ਹੈ ਤੇ ਉਹ ਆਪਣੇ ਆਪ ਨੂੰ ਪੰਜਾਬੀ ਕਹਾਉਣਾ ਫਰਜ਼ ਮੰਨਦੇ ਆ। ਉਹ ਮਤਲਬ ਉਹ ਇਸ ਚੀਜ਼ ਨੂੰ ਮਤਲਬ ਫਖਰ ਮਹਿਸੂਸ ਕਰਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਆ। ਇੱਥੇ ਪੰਜਾਬ ਦਾ ਇੱਕ ਕਲਚਰ ਆ। ਪੰਜਾਬ ਦੇ ਵਿੱਚ ਇਹ ਅਸੀਂ ਕਿਸੇ ਨੂੰ ਇਸ ਨਜ਼ਰੀਏ 'ਚ ਨਹੀਂ ਵੇਖਦੇ। ਪੰਜਾਬ ਦੇ ਵਿੱਚ ਕਦੀ ਰਾਜਨੀਤੀ ਇਸ ਨਜ਼ਰੀਏ ਨਾਲ ਨਹੀਂ ਵੇਖੀ ਗਈ ਵੀ ਰਿਲੀਜਨ ਬੇਸਡ ਆ ਜਾਂ ਨਹੀਂ। ਔਰ ਤਾਂ ਹੀ ਤੁਸੀਂ ਵੇਖੋ ਯੂਪੀ 'ਚ ਕਿਵੇਂ ਕਾਸਟ ਬੇਸਡ ਪੋਲੀਟਿਕਸ ਆ, ਕਿਵੇਂ ਬਾਕੀ ਸਟੇਟਸ ਕਾਸਟ, ਲੇਕਿਨ ਪੰਜਾਬ ਦੇ ਵਿੱਚ ਕਾਸਟ ਬੇਸਡ ਪੋਲੀਟਿਕਸ ਨਹੀਂ ਆ। ਤਾਂ ਹੀ ਸ਼ਾਇਦ ਅੱਜ ਚਰਨਜੀਤ ਸਿੰਘ ਚੰਨੀ ਨੂੰ ਹਰ ਸਮਾਜ ਨੇ ਐਕਸੈਪਟ ਕਰ ਲਿਆ ਐਜ਼ ਅ ਸੀਐਮ। ਉਹਨਾਂ ਨੂੰ ਹਰ ਬੰਦੇ ਨੇ ਐਕਸੈਪਟ ਕੀਤਾ, ਹਰ ਵਰਗ ਨੇ ਐਕਸੈਪਟ ਕੀਤਾ। ਸੋ ਇਹ ਪੰਜਾਬ ਦੀ ਖੂਬਸੂਰਤੀ ਆ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਤੁਸੀਂ ਕਿਉਂਕਿ ਯੂਥ ਦੇ ਵਿੱਚੋਂ ਯੂਥ ਕਿਵੇਂ ਦੇਖਦਾ ਪੰਜਾਬ? ਦੇਖੋ ਮੈਨੂੰ ਨਹੀਂ ਪਤਾ ਯੂਥ ਕਿਵੇਂ ਵੇਖਦਾ, ਮੈਨੂੰ ਨਹੀਂ ਲੱਗਦਾ ਯੂਥ ਦੀ ਆਪਣੀ ਸੋਚ ਆ। ਲੇਕਿਨ ਤੁਸੀਂ ਅਗਰ ਭਗਵੰਤ ਮਾਨ ਨੂੰ ਵੇਖੋ, ਹੀ ਇਜ਼ ਅ ਨੋਨ ਸੀਰੀਅਸ ਪੋਲੀਟੀਸ਼ੀਅਨ। ਅੱਜ ਇੱਕ ਡਰਾਈਵਰ ਗੱਡੀ ਆਪਾਂ ਲੈਣ ਚਾਹੀਦੀ ਆ ਨਾ, ਅਤੇ ਇੱਕ ਡਰਾਈਵਰ ਜਿਹੜਾ ਵਾ ਉਹ ਆਪਾਂ ਨੂੰ ਐਕਸਪੀਰੀਅੰਸ ਵਾਲਾ ਨਾ ਹੋਵੇ, ਨਵਾਂ ਸਿੱਖਿਆ ਹੋਵੇ, ਭਾਵੇਂ ਗੱਡੀ ਵਧੀਆ ਵੀ ਫਸਾ ਦਿਓ, ਉਹਨੇ ਪੰਗੇ ਲੈ ਲੂ ਕੇ ਕਿਤੇ ਨਾ ਕਿਤੇ ਕਰੈਸ਼ ਕਰੂਗਾ। ਚਰਨਜੀਤ ਸਿੰਘ ਚੰਨੀ ਅਗਰ ਮੁੱਖ ਮੰਤਰੀ ਸੀ, ਉਸ ਤੋਂ ਪਹਿਲਾਂ ਮੰਤਰੀ ਸੀ, ਮੰਤਰੀ ਤੋਂ ਪਹਿਲਾਂ ਲੀਡਰ ਆਫ ਆਪੋਜੀਸ਼ਨ ਸੀ, ਲੀਡਰ ਆਫ ਆਪੋਜੀਸ਼ਨ ਤੋਂ ਪਹਿਲਾਂ ਆਪਣਾ ਐਮਐਲਏ ਸੀ, ਐਮਐਲਏ ਤੋਂ ਪਹਿਲਾਂ ਮਤਲਬ ਆਜ਼ਾਦ ਐਮਐਲਏ ਸੀ, ਉਸ ਤੋਂ ਪਹਿਲਾਂ ਐਮਸੀ ਸੀ। ਇੱਕ ਐਕਸਪੀਰੀਅੰਸ ਮਿਲਿਆ ਉਹਨਾਂ ਨੂੰ, ਹੌਲੀ ਹੌਲੀ ਸਟੈਪ ਚੱਕੇ। ਉਹੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬੜਾ ਲੰਬਾ ਪੋਲੀਟੀਕਲ ਪਿਛੋਕੜ ਸੀ। ਕੋਈ ਵੀ ਲੀਡਰ ਉਹਦਾ ਪੋਲੀਟੀਕਲ ਪਿਛੋਕੜ। ਭਗਵੰਤ ਮਾਨ ਤਾਂ 2014 'ਚ ਆਉਂਦਾ, ਪਹਿਲੀ ਵਾਰ ਐਮਪੀ ਬਣਦਾ। ਅੱਜ 2019 'ਚ ਠੀਕ ਆ, ਐਜ਼ ਅ ਮੈਂਬਰ ਪਾਰਲੀਮੈਂਟ ਕੀ ਕੰਟਰੀਬਿਊਸ਼ਨ ਆ, ਉਹਨਾਂ ਦੀ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਕੀ ਆ, ਉਹਨਾਂ ਦੀ ਪੰਜਾਬ ਨੂੰ ਉਹਨਾਂ ਨੇ ਸਿਰਫ ਇਸ਼ੂਜ਼ ਰੇਜ਼ ਕੀਤੇ ਆ, ਨੈਗੇਟਿਵ ਪੋਲੀਟਿਕਸ ਕੀਤੀ ਆ, ਕਿਸੇ ਨੂੰ ਨਿੰਦਿਆ ਹੀ ਆ। ਐਜ਼ ਅ ਭਗਵੰਤ ਮਾਨ, ਐਜ਼ ਅ ਪੋਲੀਟੀਸ਼ੀਅਨ ਉਹਨਾਂ ਦੀ ਕੀ ਕੰਟਰੀਬਿਊਸ਼ਨ ਆ, ਉਹਨਾਂ ਦੀ ਡੈਪਥ ਆਫ ਨੌਲੇਜ ਕੀ ਆ, ਉਹਨਾਂ ਦੀ ਇੰਟੈਲੈਕਚੁਅਲ ਕਲਾਸ ਕੀ ਆ। ਮੈਂ ਕੋਈ ਭਗਵੰਤ ਮਾਨ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ, ਲੇਕਿਨ ਐਜ਼ ਅ ਚੀਫ ਮਿਨਿਸਟਰ ਅਗਰ ਮੇਰਾ ਕੋਈ ਵੀ ਹੋਊਗਾ, ਭਾਵੇਂ ਉਹ ਮੇਰੀ ਪਾਰਟੀ ਦਾ ਹੋਵੇ, ਕਿਸੇ ਹੋਰ ਪਾਰਟੀ ਦਾ ਹੋਵੇ, ਮੈਂ ਚਾਹੂੰਗਾ ਇੱਕ ਸੁਰੱਖਿਅਤ, ਇੱਕ ਸੇਨ ਬੰਦਾ ਹੋਵੇ, ਨਾ ਕਿ ਇੱਕ ਇਹੋ ਜਿਹਾ ਬੰਦਾ ਜਿਹਦਾ ਪਤਾ ਹੀ ਨਹੀਂ ਕਦੋਂ ਉਹਨੇ ਕੀ ਕਰ ਦੇਣਾ। ਸੋ ਇਹ ਕੱਲ੍ਹ ਨੂੰ ਇਹੋ ਜਿਹੇ ਡਿਸੀਜਨਸ ਲੈਣੇ, ਉਹਦੀ ਕਲਮ ਚੱਲੂਗੀ ਅਤੇ ਲੋਕਾਂ ਦੇ ਤਕਦੀਰਾਂ ਲਿਖੀਆਂ ਜਾਣਗੀਆਂ। ਲੇਕਿਨ ਅਗਰ ਉਹ ਕਦਮ ਲੜਖੜਾਊਗੀ, ਅਗਰ ਉਹ ਪੁੱਠੀ ਸਿੱਧੀ ਕਿਤੇ ਫੁੱਲ ਸਟਾਪ ਕੌਮੇ ਗਲਤ ਹੋ ਜਾਣਗੇ ਨਾ, ਤੇ ਸਾਰਾ ਸਿਸਟਮ ਕਰੈਸ਼ ਕਰ ਜੂਗਾ। ਸੋ ਭਗਵੰਤ ਮਾਨ ਇੱਕ ਬੜਾ ਡੇਂਜਰਸ ਮਤਲਬ ਫਿਨੋਮੀਨਾ ਵਾ ਪੰਜਾਬ ਦੀ ਰਾਜਨੀਤੀ 'ਚ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਇੱਕ ਬੜਾ ਐਨਰਜੈਟਿਕ ਔਰ ਗੁੱਸੇਲਾ ਲੋਕ ਹੈਗੇ। ਇੱਥੇ ਗੁੱਸਾ ਬੜੀ ਛੇਤੀ ਕਰ ਜਾਂਦੇ, ਔਰ ਫਿਰ ਕਿਸੇ ਨਾਲ ਪਿਆਰ ਕਰਦੇ ਉਹ ਵੀ ਬੜੇ ਗੂੜਾ ਕਰਦੇ, ਔਰ ਕਿਸੇ ਨਾਲ ਦੁਸ਼ਮਣੀ ਕਰਦੇ ਉਹ ਵੀ ਬੜੀ ਗੂੜੀ ਕਰਦੇ ਆ। ਸੋ ਪੰਜਾਬ ਦੇ ਵਿੱਚ ਇਹੋ ਜਿਹੇ ਸੈਂਸਿਟਿਵ ਟਾਈਮ ਦੇ ਵਿੱਚ ਇਹੋ ਜਿਹਾ ਬੰਦਾ ਅਗਰ ਕੋਈ ਡਿਸੀਜਨ ਲੈ ਲੂ ਕੱਲ੍ਹ ਨੂੰ, ਉਹਦਾ ਤਾਂ ਮਕਸਦ ਇੱਕ ਆ, ਬਾਈ ਹੁੱਕ ਔਰ ਬਾਈ ਕਰੁੱਕ ਮੈਂ ਮੁੱਖ ਮੰਤਰੀ ਬਣਨਾ। ਉਹਨੇ ਤਾਂ ਹੀ ਸਾਰੇ ਬੰਦੇ ਕਢਾਏ, ਸਾਰੇ ਬੰਦਿਆਂ ਦੇ ਉਲਟ ਚੱਲਿਆ, ਔਰ ਅੱਜ ਉਹਦਾ ਮਕਸਦ ਇੱਕ ਹੀ ਆ ਵੀ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਆਮ ਆਦਮੀ ਦੀ ਆਪਣਾ ਸਿਰ ਦੇ ਉੱਤੇ ਮੈਂ ਮੁੱਖ ਮੰਤਰੀ ਬਣ ਜਾ, ਤਾਂ ਕਿ ਮੈਂ ਕੀ ਕਰਨਾ ਚਾਹੁੰਦਾ, ਭਗਵੰਤ ਮਾਨ ਦਾ ਵਿਜ਼ਨ ਕੀ ਆ, ਭਗਵੰਤ ਮਾਨ ਦੀ ਸੋਚ ਕੀ ਆ। ਸਿਰਫ ਇਸ਼ੂਜ਼ ਰੇਜ਼ ਕਰਨਾ ਕੀ ਰਾਜਨੀਤੀ ਆ? ਇਸ਼ੂਜ਼ ਦਾ ਹੱਲ ਕਿੰਨੇ ਕੀਤਾ, ਕਿੰਨੇ ਕੁ ਮੁੱਦਿਆਂ ਦਾ ਉਹਨੇ ਹੱਲ ਕੀਤਾ। ਇਹ ਤਾਂ ਗੋਲਡੀ ਤੁਸੀਂ ਵੇਖਿਓ ਇਲੈਕਸ਼ਨ ਦੇ ਵਿੱਚ ਅਗਰ ਸਭ ਕੁਝ ਸਹੀ ਰਿਹਾ ਤਾਂ ਸ਼ਾਇਦ ਭਗਵੰਤ ਮਾਨ ਐਮਐਲਏ ਨਹੀਂ ਬਣ ਸਕੂਗਾ, ਗੋਲਡੀ ਉੱਥੋਂ ਧੂਰੀ ਤੋਂ ਜਿੱਤੂਗਾ। ਢਿੱਲੋਂ ਸਾਹਿਬ ਇੱਥੋਂ ਰੋਪੜ ਤੋਂ ਸਿੱਖਿਆ ਮੰਤਰੀ ਵੀ ਬਣੇ ਡਾਕਟਰ ਦਲਜੀਤ ਸਿੰਘ ਚੀਮਾ। ਸਿੱਖਿਆ ਦਾ ਕੀ ਹਾਲ ਹੈ ਜੀ ਇੱਥੇ, ਸਕੂਲਾਂ ਦਾ ਸਿਸਟਮ, ਐਜੂਕੇਸ਼ਨ? ਬਿਲਕੁਲ ਬਹੁਤ ਵਾਜਬ ਸਵਾਲ ਆ, ਬਹੁਤ ਜ਼ਿਆਦਾ ਜ਼ਬਰਦਸਤ ਸਵਾਲ ਆ। ਕਿਉਂਕਿ ਸ਼ਾਇਦ ਇਸ ਗੱਲ ਨੂੰ ਕਦੀ ਕਿਸੇ ਨੇ ਦਾਇਰੇ 'ਚ ਨਹੀਂ ਰੱਖੇ। ਅੱਜ ਤੁਸੀਂ ਗਵਰਨਮੈਂਟ ਸਕੂਲਸ ਦੇ ਵਿੱਚ ਚੀਮਾ ਸਾਹਿਬ ਨੇ ਇੱਥੋਂ ਦੇ ਐਜੂਕੇਸ਼ਨ ਮਿਨਿਸਟਰ ਰਹੇ, ਅੱਜ ਤੱਕ ਇੱਕ ਵੀ ਇੱਥੇ ਚੰਗਾ ਸਰਕਾਰੀ ਕਾਲਜ ਨਹੀਂ ਹੈਗਾ। ਇੱਥੇ ਜਿੰਨੇ ਸਕੂਲਸ ਆ ਉਹਨਾਂ ਵਿੱਚ ਟੀਚਰ ਨਹੀਂ ਹੈਗੇ, ਔਰ ਇੱਥੇ ਮਤਲਬ ਬਤੌਰ ਐਜੂਕੇਸ਼ਨ ਮੰਤਰੀ ਉਹਨਾਂ ਨੇ ਕੁੜੀਆਂ ਨੂੰ ਕੁੱਟਿਆ,
ਜਿਹੜੇ ਟੀਚਰਾਂ ਜੌਬ ਮੰਗਦੀਆਂ ਗੱਲਾਂ ਕਰਦੇ ਨਾ, ਕਾਨਪੁਰ ਖੂਹੀ ਇੱਕ ਜਗ੍ਹਾ ਸਾਡਾ ਪਿੰਡ ਆ, ਉੱਥੇ ਬਾਦਲ ਸਾਹਿਬ ਆਏ, ਉੱਥੇ ਕੁੜੀਆਂ ਨੂੰ ਕੁੱਟਿਆ ਗਿਆ, ਘੜੀਸਿਆ ਗਿਆ ਔਰ ਉਹਨਾਂ 'ਤੇ ਪਰਚਾ ਵੀ ਕਰਾਇਆ ਗਿਆ ਰਾਤੋਂ ਰਾਤ। ਸੋ ਦਲਜੀਤ ਸਿੰਘ ਚੀਮਾ ਆਪਣੀ ਜੋ ਮਰਜ਼ੀ ਗੱਲ ਕਰਨ, ਮੇਰੇ ਹਿਸਾਬ ਨਾਲ ਸਭ ਤੋਂ ਜ਼ਰੂਰੀ ਆ ਵੀ ਉਹ ਐਜ਼ ਐਜੂਕੇਸ਼ਨ ਮਿਨਿਸਟਰ ਦੱਸਣ ਜ਼ਰੂਰ ਵੀ ਉਹਨਾਂ ਦੀ ਕੀ ਪ੍ਰਾਪਤੀ ਸੀ, ਔਰ ਮੇਰੇ ਹਿਸਾਬ ਨਾਲ ਨਿਲ ਪ੍ਰਾਪਤੀ ਆ। ਔਰ ਰੋਪੜ ਵਾਸਤੇ ਤਾਂ ਉਸ ਚੀਜ਼ ਨੂੰ ਉਹਨਾਂ ਨੇ ਕੱਖ ਵੀ ਨਹੀਂ ਕੀਤਾ। ਰੋਪੜ ਵਾਸਤੇ ਜਿੱਥੇ ਆਪਾਂ ਇਹ ਕਹਿ ਸਕੀਏ ਮੈਨੂੰ ਉਹਨਾਂ ਐਜੂਕੇਸ਼ਨ ਦੇ ਸਤਰ ਦੇ ਵਿੱਚ ਕੋਈ ਵਾਧਾ ਕੀਤਾ ਹੋਵੇ, ਸਿਰਫ ਹਾਂ ਜ਼ਰੂਰ ਬਦਲੀਆਂ ਬਹੁਤ ਕੀਤੀਆਂ ਉਹਨਾਂ ਨੇ। ਬਦਲੀਆਂ ਦੀ ਕਾਫੀ ਚਰਚਾ ਹੁੰਦੀ ਸੀ ਚੀਮਾ ਸਾਹਿਬ ਦੀ, ਕੀ ਕਹਾਣੀ ਹੈ? ਬਦਲੀਆਂ ਉਹਨਾਂ ਦੇ ਸੁਣਿਆ ਕਾਫੀ, ਉਹਨਾਂ ਦੇ ਬਕਾਏ ਰਹਿੰਦੇ ਕਈ ਲੋਕਾਂ ਦੇ, ਉਹਨਾਂ ਨੇ ਮੋੜਨੇ ਆ। ਸੋ ਕਈ ਲੋਕ ਸਾਡੇ ਕੋਲ ਵੀ ਆ ਜਾਂਦੇ, ਐਫੀਡੇਵਿਟ ਚੱਕੀ ਹੁੰਦੇ ਬਾਈ ਸਾਡੇ ਤੋਂ, ਚਲੋ ਉਹਨਾਂ ਦੀ ਨਿੱਜੀ ਆ। ਕਹਿੰਦੇ ਬਦਲੀ ਮੰਤਰੀ ਕਿਹਾ ਜਾਂਦਾ ਸੀ। ਬਦਲੀ ਮੰਤਰੀ ਬਦਲੀਆਂ ਬਹੁਤ ਕਰਦੇ ਸੀ ਔਰ ਬੜੇ ਬਾਦਲਾਂ ਦੇ ਬੜੇ ਨੇੜੇ ਸੀ ਜੀ, ਫਿਰ ਵੀ ਰੋਪੜ ਦਾ ਕੋਈ ਸੁਧਾਰ ਕਿਉਂ ਨਹੀਂ ਹੋ ਸਕਿਆ? ਉਹੀ ਗੱਲ ਆ ਜਾਂਦੀ ਨਾ ਵੀ ਉਹ ਬਾਦਲਾਂ ਦੇ ਨੇੜੇ ਰਹਿਣਾ ਚਾਹੁੰਦੇ ਸੀ। ਉਹਨਾਂ ਦੀ ਡਿਊਟੀ ਬਾਦਲਾਂ ਪ੍ਰਤੀ ਸੀ, ਰੋਪੜ ਪ੍ਰਤੀ ਨਹੀਂ ਸੀ। ਅੱਜ ਵੀ ਉਹ ਜਿਹੜੀ ਡਿਊਟੀ ਆ ਉਹ ਅਕਾਲੀ ਦਲ ਪ੍ਰਤੀ ਜ਼ਰੂਰ ਹੋ ਸਕਦੀ ਆ, ਰੋਪੜ ਪ੍ਰਤੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈਗਾ। ਉਹ ਅਕਸਰ ਦਾਅਵੇ ਕਰਦੇ ਨੇ ਕਿ ਮੈਂ ਤਾਂ ਬਹੁਤ ਐਜੂਕੇਸ਼ਨ ਸਿਸਟਮ 'ਚ ਸੁਧਾਰ ਕਰਤਾ, ਪੰਜਾਬ ਤਾਂ ਇੰਨੇ ਨੰਬਰ 'ਤੇ ਆ ਗਿਆ ਸੀ, ਮੇਰੇ ਹੁੰਦੇ ਆ ਹੋ ਗਿਆ। ਚਲੋ ਕਹਿਣਾ ਹੀ ਹੁੰਦਾ, ਹਰੇਕ ਬੰਦੇ ਨੂੰ ਐ ਆਪਣੇ ਬਾਰੇ ਭੁਲੇਖੇ ਹੁੰਦੇ ਹੀ ਆ। ਮੈਨੂੰ ਆਪਣੇ ਬਾਰੇ ਹੋ ਸਕਦੇ, ਉਹਨਾਂ ਨੂੰ ਆਪਣੇ ਬਾਰੇ ਹੋ ਸਕਦੇ, ਤੁਹਾਨੂੰ ਆਪਣੇ ਬਾਰੇ ਹੋ ਸਕਦੇ। ਇਹ ਤਾਂ ਲੋਕ ਦੱਸਦੇ ਆ। ਅਗਰ ਐਜੂਕੇਸ਼ਨ ਸੁਧਾਰ ਕੀਤਾ ਹੁੰਦਾ। ਕੋਈ ਨਵਾਂ ਸਕੂਲ ਬਣਿਆ ਰੋਪੜ 'ਚ ਉਹਨਾਂ ਦੇ? ਦੇਖੋ ਮੈਂ ਉਹੀ ਕਹਿੰਦਾ, ਨਵਾਂ ਸਕੂਲ ਬਣਨਾ ਇੰਪੋਰਟੈਂਟ ਨਹੀਂ ਆ, ਟੀਚਰ ਕਿੰਨੇ ਭਰਤੀ ਕੀਤੇ। ਸਕੂਲ ਤਾਂ ਬਣੇ ਪਏ ਆ, ਔਰ ਪਿੰਡ ਸਕੂਲ ਪਿਆ, ਉੱਥੇ ਐਜੂਕੇਸ਼ਨ ਸਟੈਂਡਰਡ ਨੂੰ ਕਿੰਨਾ ਕੁ ਉੱਪਰ ਚੱਕਿਆ, ਕੀ ਨਵੇਂ ਸਿਲੇਬਸ ਦੇ ਹਿਸਾਬ ਨਾਲ ਜੋ ਵਰਲਡ ਕਲਾਸ ਸਟੈਂਡਰਡਸ ਆ ਉਸ ਹਿਸਾਬ ਨਾਲ ਤੁਸੀਂ ਕੰਮ ਕਰਾ ਸਕੇ। ਸੋ ਉਹਨਾਂ ਦੀ ਸੋਚ ਮੇਰੇ ਹਿਸਾਬ ਨਾਲ ਸਿਰਫ ਬਾਦਲਾਂ ਪ੍ਰਤੀ ਆ, ਬਾਦਲਾਂ ਨੂੰ ਖੁਸ਼ ਕਰਨ ਪ੍ਰਤੀ ਆ, ਰੋਪੜ ਪ੍ਰਤੀ ਨਹੀਂ ਹੈ। ਢਿੱਲੋਂ ਸਾਹਿਬ, ਸਮਾਂ ਥੋੜ੍ਹਾ ਜਿਹਾ ਘੱਟ, ਘੜੀਆਂ ਤੇਜ਼ ਚੱਲਦੀਆਂ ਨੇ, ਤੁਹਾਡਾ ਵੀ ਰੋਜ਼ ਰੈਲੀਆਂ ਦਾ ਦੌਰ ਚੱਲਦਾ ਰਹਿੰਦਾ ਹੈ। ਆਖਰੀ ਸਵਾਲ ਹੈ ਮੇਰਾ, ਰੋਪੜ ਦੇ ਲੋਕਾਂ ਨੇ 5 ਸਾਲ ਤਾਂ ਤੁਹਾਨੂੰ ਮੌਕਾ ਨਹੀਂ ਦਿੱਤਾ, ਇਸ ਵਾਰੀ ਫਿਰ ਤੁਸੀਂ ਮੈਦਾਨ 'ਚੋਂ, ਕੀ ਲੱਗਦਾ ਲੋਕ ਤੁਹਾਨੂੰ ਮੌਕਾ ਦੇਣਗੇ ਜਾਂ ਲੋਕ ਹਜੇ ਵੀ ਤੁਹਾਡੀ ਜਿਹੜੀ ਕਹਿਣੀ ਤੇ ਕਰਨੀ ਦੇ ਉੱਤੇ ਸਵਾਲ ਖੜੇ ਕਰਦੇ ਨੇ? ਇਹ ਤੁਸੀਂ ਦੇਖੋ, ਮੈਂ ਤਾਂ ਜਿੱਤਿਆ ਵੀ ਨਹੀਂ ਸੀ, ਮੈਂ ਤਾਂ 35,000 ਵੋਟ ਜ਼ਰੂਰ ਪਈ ਸੀ, ਲੇਕਿਨ ਮੈਂ ਜਿੱਤਿਆ ਨਹੀਂ ਸੀਗਾ। ਸੋ ਮੇਰੀ ਇਹ ਕੋਸ਼ਿਸ਼ ਰਹੂਗੀ ਵੀ ਤੁਸੀਂ ਲੋਕਾਂ ਤੋਂ ਜਾ ਕੇ ਪੁੱਛੋ, ਔਰ ਇਸ ਚੀਜ਼ ਦਾ ਮੈਨੂੰ ਬਹੁਤ ਬੈਨੀਫਿਟ ਮਿਲ ਰਿਹਾ। ਲੋਕਾਂ ਨੂੰ ਇਹ ਲੱਗਦਾ ਸੀ ਵੀ ਨਹੀਂ ਯਾਰ ਜਿੱਤਿਆ ਵੀ ਨਹੀਂ, ਕਿਉਂਕਿ ਮੈਨੂੰ ਕਿਹੜਾ ਪਤਾ ਸੀ ਮੈਨੂੰ ਦੁਬਾਰਾ ਟਿਕਟ ਮਿਲਣੀ ਆ। ਤੁਸੀਂ ਜਦੋਂ ਵਾਹਵਾ ਵੱਡੇ ਮਾਰਜਨ ਤੋਂ ਆ ਰਹੇ ਹੋ ਤਾਂ ਤੁਹਾਨੂੰ ਲੱਗਦਾ ਵੀ ਲੋਕੀ ਪਤਾ ਨਹੀਂ ਉਸ ਚੀਜ਼ ਨੂੰ ਬਰਦਾਸ਼ਤ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ। ਲੇਕਿਨ ਮੈਂ ਇਹਦੇ ਵਿੱਚ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਦਾ। ਮੈਂ 5 ਸਾਲ ਸਿਰ ਸੁੱਟ ਕੇ ਥੱਲੇ ਮੈਂ ਮਿਹਨਤ ਕਰਦਾ ਰਿਹਾ, ਮੈਂ ਸੰਘਰਸ਼ ਕਰਦਾ ਰਿਹਾ, ਮੈਂ ਹਲਕੇ ਵਾਸਤੇ ਹਰ ਉਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜੋ ਸ਼ਾਇਦ ਮੈਂ ਅਗਰ MLA ਹੁੰਦਾ ਤਾਂ ਮੈਂ ਵਧੀਆ ਤਰੀਕੇ ਨਾਲ ਕਰ ਪਾਉਂਦਾ। ਲੇਕਿਨ ਲੋਕਾਂ ਨੇ ਇਸ ਐਫਰਟ ਨੂੰ ਔਰ ਇਸ ਚੀਜ਼ ਨੂੰ ਜ਼ਰੂਰ ਰੈਕੋਗਨਾਈਜ਼ ਕੀਤਾ, ਤਾਂ ਹੀ ਅੱਜ ਐਡਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ। ਤਾਂ ਹੀ ਅੱਜ ਤੁਸੀਂ ਅਗਰ ਵੇਖੋਗੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਮੈਂ ਕਹੂੰਗਾ ਵੀ ਰੋਪੜ ਦੀ ਜਿਹੜੀ ਸੀਟ ਆ ਬੜੇ ਵੱਡੇ ਮਾਰਜਨ ਤੋਂ ਕਾਂਗਰਸ ਦੀ ਝੋਲੀ ਪਊਗੀ। ਢਿੱਲੋਂ ਸਾਹਿਬ, ਆਖਰੀ ਜਾਂਦੇ ਜਾਂਦੇ ਪੰਜਾਬ ਦੇ ਯੂਥ ਨੂੰ, ਤੁਸੀਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੋ, ਇੱਕ ਅਹਿਮ ਅਹੁਦਾ ਹੁੰਦਾ, ਪੰਜਾਬ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਯੂਥ ਨੂੰ ਮੈਂ ਸਿਰਫ ਇਹ ਕਹਿਣਾ ਚਾਹੁੰਦਾ, ਆਪਾਂ ਨੂੰ ਆਪਣੀ ਡਾਇਰੈਕਸ਼ਨ ਲੱਭਣੀ ਪੈਣੀ, ਆਪਾਂ ਨੂੰ ਸੋਚਣਾ ਵਿਚਾਰਨਾ ਪੈਣਾ, ਆਪਣੀ ਥਾਟ ਨੂੰ ਡੂੰਘਾ ਕਰਨਾ ਪੈਣਾ। ਛੇਤੀ ਸਾਨੂੰ ਨਵੇਂ ਬਦਲਾਵ ਵੱਲ ਨੂੰ ਝੁਕਣਾ ਨਹੀਂ ਚਾਹੀਦਾ। ਆਪਾਂ ਨੂੰ ਅਗਰ ਐਜ਼ ਅ ਯੰਗਸਟਰ, ਆਪਾਂ ਸਾਰਿਆਂ ਨੂੰ ਸਭ ਤੋਂ ਇੰਪੋਰਟੈਂਟ ਇਹ ਚੀਜ਼ ਆ ਵੀ ਆਪਣਾ ਪੰਜਾਬ ਦਾ ਨੌਜਵਾਨ ਬਾਹਰ ਨਾ ਜਾਏ। ਆਪਾਂ ਸਾਰਿਆਂ ਨੂੰ ਐਜ਼ ਅ ਮੋਰਲ ਡਿਊਟੀ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਹਰ ਪੱਖੋਂ ਆਪਣਾ ਨੂੰ ਆਪਣੇ ਲੈਵਲ ਦੇ ਉੱਤੇ ਕੰਟਰੀਬਿਊਟ ਕਰਨਾ ਪੈਣਾ ਵੀ ਆਪਾਂ ਕੀ ਕੰਟਰੀਬਿਊਟ ਕਰ ਸਕਦੇ ਹਾਂ ਆਪਣੀ ਸਟੇਟ ਨੂੰ। ਸੋ ਮੇਰੇ ਸਭ ਤੋਂ ਇੰਪੋਰਟੈਂਟ ਅੱਜ ਦੇ ਸਮੇਂ 'ਚ ਇਹੀ ਆ ਵੀ ਪੰਜਾਬ ਦਾ ਨੌਜਵਾਨ ਆਪਣੀ ਸਟੇਟ ਪ੍ਰਤੀ ਕੰਟਰੀਬਿਊਸ਼ਨ ਕਰੇ। ਅਗਰ ਕੋਈ ਸਰਕਾਰ 'ਚ ਆ ਕੇ ਕਰ ਸਕਦਾ ਉਹ ਕਰੇ, ਅਗਰ ਕੋਈ ਘਰ ਬਹਿ ਕੇ ਕਰ ਸਕਦਾ ਜੌਬ ਕਰਕੇ, ਜਾਂ ਕੋਈ ਪੰਜਾਬ ਦੇ ਵਿੱਚ ਨਵੀਆਂ ਇਨੋਵੇਸ਼ਨਸ ਕਰਕੇ, ਜਾਂ ਪੰਜਾਬ ਦੇ ਵਿੱਚ ਤੁਸੀਂ ਮਤਲਬ ਮੈਂ ਕਹੂੰਗਾ ਵੀ ਨੌਜਵਾਨਾਂ ਨੂੰ ਜਾਗਰੂਕ ਕਰਕੇ ਸਾਨੂੰ ਪੰਜਾਬ ਪ੍ਰਤੀ, ਪੰਜਾਬ 'ਚ ਰਹਿ ਕੇ ਹੀ ਪੰਜਾਬ ਦਾ ਆਪਾਂ ਭਲਾ ਕਰ ਸਕਦੇ ਹਾਂ। ਪੰਜਾਬ ਤੋਂ ਬਾਹਰ ਜਾ ਕੇ ਪੰਜਾਬ ਦਾ ਕਦੀ ਭਲਾ ਨਹੀਂ ਹੋਊਗਾ। ਧੰਨਵਾਦ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ, ਤੁਸੀਂ ਸਾਨੂੰ ਸਮਾਂ ਦਿੱਤਾ। ਤੇ ਇਹ ਸਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ, ਜਿਹੜੇ ਕਿ ਰੋਪੜ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵੀ ਨੇ। ਤੇ ਪਿਛਲੀ ਵਾਰ ਉਹ ਕਹਿੰਦੇ ਸੀ ਮੈਨੂੰ ਲੋਕਾਂ ਨੇ ਮੌਕਾ ਨਹੀਂ ਦਿੱਤਾ, ਇਸ ਵਾਰੀ ਮੈਨੂੰ ਲੋਕ ਰੋਪੜ ਦੇ ਮੌਕਾ ਦੇਣਗੇ, ਇਹ ਉਹਨਾਂ ਦਾ ਵਿਸ਼ਵਾਸ ਵੀ ਹੈ। ਦੇਖਣਾ ਹੋਵੇਗਾ ਕਿ ਉਹਨਾਂ ਦੇ ਦਾਅਵੇ ਤੇ ਵਾਅਦਿਆਂ ਦੇ ਕੰਮਾਂ ਦੇ ਉੱਤੇ, ਕਾਰਗੁਜ਼ਾਰੀ ਦੇ ਉੱਤੇ ਲੋਕ ਕਿਸ ਤਰ੍ਹਾਂ ਵਿਸ਼ਵਾਸ ਕਰਦੇ ਨੇ। ਇਹ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਤੋਂ ਸਾਬਤ ਹੋ ਜਾਵੇਗਾ। ਤਦ ਤੱਕ ਦੇ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।